मित्र प्यारे हाल मुरीदादा कहना। गुरु नानक पद पंकज बंदन पद पंकज सिमरो अंगद दुख निकंद गुरु अमरदास हृदय नित त्यागो हृदय। श्री गुरु रामदास गुण गावो गुरु अर्जन बिघ्नन के नासक बिघ्नन के हर गोविंद शुभ सुमत पर श्री हर राय नमो कार जोरी नमो कार श्री हर कृष्ण मनाओ गुरु तेग बहादुर परम कृपाला जी परम कृपाला। श्री गुरु गोबिंद सिंह बेसा तरो तरा पर पुन पुन सीसा जी पुन पुन बंदों बार बार जगदीश एक अंकारा सतगुरु तेह प्रसाद सच होय। वाहेगुरु जी की फतेह है बिघ्न विनाशन। वाहेगुरु जी की फतेह है बिघ्न विनाशन सोए। सतनाम श्री वाहेगुरु साहिब जीओ दोहरा। 9 महीने ते 9 दिने तलवंडी रखे मुकाम। डेरा तोरा रुक तकण छड़ तुरकण पट दाम। वाहिगुरु जी का खालसा वाहिगुरु जी की फतेह। जुग हो जुग अटल शबर शतर तख्त के मालिक साहिब कमाल सतगुरु धन धन श्री गुरु ग्रंथ साहिब जी महाराज गरीब नवाज सच्चे पातशाह जी दे पवित्र चरणा कमलों पास जुड़ बैठी गुरु स्वरूप गुरु खालसा साध संगत। आप जी लड़ीवार सतगुरु कलगीधर दशमेश पिता जी तिन्हां दा इतिहास भाई रतन सिंह जी भंगू तिन्हां द्वारा लिखिया होया सरवण कर रहे हो। महाराज कलगीधर दशमेश पिता जी नूं संगतां ने बेनती की महाराज बठिंडे विच एक दिओ रहिंदा जिस करके साडे बरकत नहीं पैंदी। महाराज ने भाई डल्ले नूं सद्या नाल लैके बठिंडे गए। जदों बठिंडे पहुँचे तो सतगुरां दे उत्थे पहुँचण नाल उन्हें हनेरी वगा दित्ती। किसी नूं ताप चढ़ गया बुखार चढ़ गया किसी नूं सिर दर्द होण लगा। उन्हें अपनी माया पसार दित्ती। कहंदा मैनूं क्यों तंग करदे हो बड़े लंबे समय तो इत्थे मैं रहना। महाराज कहंदे जे भला चाहुंदा ते चला जा।
ਨਹੀਂ ਤਾਂ ਸ਼ਹੀਦਾਂ ਦੇ ਹਵਾਲੇ ਕਰਕੇ ਤੈਨੂੰ ਖੁਆਰ ਕੀਤਾ ਜਾਏਗਾ। ਉਹ ਕਹਿੰਦਾ ਮੈਂ ਮਾਖੋ ਦਾ ਭਰਾ ਹਾਂ, ਜਿਹਨੂੰ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਕੱਢਿਆ ਸੀ। ਉਹਨੂੰ ਤੁਸੀਂ ਕਿਤੇ ਭੇਜ ਦਿੱਤਾ ਸੀ, ਮੈਨੂੰ ਭੇਜ ਦਿਓ। ਸਤਿਗੁਰੂ ਕਹਿੰਦੇ ਜਾ ਫਿਰ ਸਰਹੰਦ ਚਲਾ ਜਾ। ਇਸ ਤਰ੍ਹਾਂ ਉਹਨੂੰ ਸਰਹੰਦ ਭੇਜ ਦਿੱਤਾ ਗਿਆ। ਸਤਿਗੁਰੂ ਮਹਾਰਾਜ ਇੱਕ ਦਿਨ ਦਮਦਮਾ ਸਾਹਿਬ ਵਿਰਾਜੇ ਸਨ। ਭਾਈ ਡੱਲੇ ਨੂੰ ਕਹਿਣ ਲੱਗੇ, ਡੱਲਿਆ ਵੇਖ ਦਰਿਆ ਵਹਿੰਦੇ ਨੇ, ਕਿਉਂਕਿ ਮੀਂਹ ਪਵਾ ਕੇ ਹਟੇ ਸਨ ਨਾ ਮਹਾਰਾਜ। ਜਦੋਂ ਮੀਂਹ ਨਾ ਪਿਆ ਤੇ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਮੀਂਹ ਵਰਖਾ ਦਿੱਤਾ। ਪਾਣੀ ਖੜਿਆ ਹੋਇਆ ਸੀ ਤੇ ਡੱਲਾ ਸਤਿਗੁਰਾਂ ਦੇ ਪਾਸ ਸੀ। ਮਹਾਰਾਜ ਕਹਿੰਦੇ ਵੇਖ ਦਰਿਆ ਵਹਿ ਰਹੇ ਨੇ। ਕਹਿੰਦਾ ਜੀ ਇਹ ਤਾਂ ਮੀਂਹ ਦਾ ਪਾਣੀ, ਕੱਲ੍ਹ ਨੂੰ ਇੱਥੋਂ ਚਲੇ ਜਾਣਾ, ਸੁੱਕ ਜਾਣਾ ਸਾਰਾ ਕੁਝ। ਸਤਿਗੁਰੂ ਕਹਿੰਦੇ ਵੇਖ ਇੱਥੇ ਕਣਕ ਚਾਵਲ ਹੋ ਰਹੀ ਹੈ, ਫਸਲ ਹੋ ਰਹੀ ਕਣਕ ਚਾਵਲ ਦੀ। ਭਾਗ ਲੱਗ ਗਏ ਮਾਲਵੇ ਨੂੰ। ਕਹਿੰਦਾ ਆਪਾਂ ਤਾਂ ਮੋਠ ਬਾਜਰਾ ਖਾ ਕੇ ਗੁਜ਼ਾਰਾ ਕਰਨ ਵਾਲੇ ਆ, ਇੱਥੇ ਕਣਕ ਚਾਵਲ ਕਿੱਥੇ ਹੋਣੇ ਨੇ। ਗੁਰੂ ਸਾਹਿਬ ਕਹਿੰਦੇ ਡੱਲ ਸਿੰਘ ਸਾਡੀ ਗੱਲ ਕਿਉਂ ਮੋੜਦਾ ਤੂੰ ਬਾਰ-ਬਾਰ? ਤੇਰੇ ਕਰਕੇ ਮਾਲਵੇ ਦੇ ਸਾਰੇ ਲੋਕ ਮਾਰੇ ਗਏ, ਤੂੰ ਸਾਡਾ ਬਚਨ ਮੋੜ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰਾਂ ਨੂੰ ਖਬਰ ਮਿਲੀ, ਔਰੰਗਜ਼ੇਬ ਚਲਾਣਾ ਕਰ ਗਿਆ। ਗੁਰੂ ਸਾਹਿਬ ਨੇ ਦੱਖਣ ਜਾਣ ਦਾ ਮਨ ਕੀਤਾ, ਮਨ ਬਣਾਇਆ। ਡੱਲੇ ਨੂੰ ਕਹਿੰਦੇ ਡੱਲਿਆ ਤੂੰ ਸਾਡੇ ਨਾਲ ਚੱਲ। ਸਤਿਗੁਰਾਂ ਨੇ ਤਾਂ ਬਚਨ ਕਹਿ ਦਿੱਤਾ। ਡੱਲੇ ਦਾ ਜਿਹੜਾ ਛੋਟਾ ਭਰਾ ਸੀ ਉਹ ਡੱਲੇ ਨੂੰ ਕਹਿੰਦਾ, ਕਿਉਂਕਿ ਮਹਾਰਾਜ ਕਹਿੰਦੇ ਸੀ ਨਾ ਤੈਨੂੰ ਪਾਤਸ਼ਾਹੀ ਲੈ ਦਿੰਦੇ ਆ ਦਿੱਲੀ ਦੀ। ਡੱਲੇ ਦਾ ਭਰਾ ਕਹਿੰਦਾ ਡੱਲਿਆ ਜਿਵੇਂ ਇਹਨਾਂ ਨੇ ਆਪਣੇ ਪੁੱਤਰ ਨੂੰ ਪਾਤਸ਼ਾਹੀ ਲੈ ਕੇ ਦਿੱਤੀ ਹੈ, ਤੈਨੂੰ ਉਹੋ ਜਿਹੀ ਲੈ ਕੇ ਦੇਣਗੇ। ਭਾਵ ਆਪਣੇ ਪੁੱਤਰ ਜੰਗ 'ਚ ਸ਼ਹੀਦ ਕਰਾ ਲਏ, ਉਹਨਾਂ ਨੂੰ ਪਾਤਸ਼ਾਹੀ ਤਾਂ ਲੈ ਕੇ ਨਹੀਂ ਦੇ ਸਕੇ। ਜਿਹੋ ਜਿਹੀ ਪਾਤਸ਼ਾਹੀ ਆਪਣੇ ਪੁੱਤਰਾਂ ਨੂੰ ਲੈ ਕੇ ਦਿੱਤੀ, ਉਹੋ ਜਿਹੀ ਤੈਨੂੰ ਲੈ ਦੇਣਗੇ। ਜਦੋਂ ਸਿੰਘਾਂ ਨੇ ਗੱਲ ਸੁਣੀ, ਸਿੰਘਾਂ ਨੂੰ ਬੜਾ ਗੁੱਸਾ ਲੱਗਿਆ। ਮਹਾਰਾਜ ਨੂੰ ਕਹਿੰਦੇ ਸਤਿਗੁਰੂ ਡੱਲੇ ਦਾ ਭਰਾ ਇਉਂ ਕਹਿੰਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਮੇਰੇ ਪੁੱਤਰਾਂ ਦਾ ਸ਼ਹੀਦ ਹੋਣ ਦਾ ਤਾਨਾ ਮਾਰਿਆ। ਇਹ ਖਾਲਸਾ ਪੰਥ ਮੇਰਾ ਪੁੱਤਰ ਹੈ, ਪਰ ਡੱਲਿਆ ਰਹਿਣਾ ਤੇਰਾ ਵੀ ਕੋਈ ਨਹੀਂ। ਡੱਲੇ ਦਾ ਪੁੱਤਰ ਚੜ੍ਹਾਈ ਕਰ ਗਿਆ। ਸੋ ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਹਾਰਾਜ ਦੱਖਣ ਦੇ ਇਲਾਕੇ ਨੂੰ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਧਰ ਸ਼ੋਭਤ ਹੈ ਉਧਰ ਨੂੰ ਚਾਲਾ ਪਾ ਰਹੇ ਨੇ। ਪਾਵਨ ਕਥਾ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ 9 ਮਹੀਨੇ ਤੇ 9 ਦਿਨੇ ਤਲਵੰਡੀ ਰੱਖੈ ਮੁਕਾਮ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ 9 ਮਹੀਨੇ ਤੇ 9 ਦਿਨ ਸਾਬੋ ਤਲਵੰਡੀ ਆਪਣਾ ਡੇਰਾ ਰੱਖਿਆ, ਆਪਣਾ ਮੁਕਾਮ ਰੱਖਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਇੱਥੇ ਗੁਰੂ ਸਾਹਿਬ ਜੀ ਨੇ ਲਿਖਿਆ ਹੈ। ਜਦੋਂ ਪਤਾ ਲੱਗਿਆ ਕਿ ਔਰੰਗਜ਼ੇਬ ਚਲਾਣਾ ਕਰ ਗਿਆ ਤੇ ਦੱਖਣ ਨੂੰ ਜਾਣ ਦਾ ਸਤਿਗੁਰਾਂ ਨੇ ਆਪਣਾ ਮਨ ਬਣਾਇਆ ਹੈ। ਡੇਰਾ ਤੋਰਾ ਰੁਕ ਦੱਖਣ ਛੱਡ ਤੁਰਕਨ ਵੱਡ ਥਾਮ। ਪੰਜਾਬ ਦੇ ਇਲਾਕੇ ਵਿੱਚ ਜੈਸੇ ਸਰਹੰਦ ਸੀ, ਹੋਰ ਇਲਾਕੇ ਸਨ, ਮਲੇਰਕੋਟਲਾ ਸੀ, ਸਮਾਣਾ ਸੀ, ਸਢੌਰਾ ਸੀ। ਇਹ ਤੁਰਕਾਂ ਦਾ ਇਲਾਕਾ ਸੀ ਤੇ ਤੁਰਕਾਂ ਦੇ ਇਲਾਕੇ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੱਖਣ ਵੱਲ ਆਪਣਾ ਰੁਖ ਕਰਦੇ ਨੇ। ਸਿੰਘਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੇ ਚਾਲਾ ਪਾ ਦਿੱਤਾ ਹੈ। ਜੋ ਪਈ ਡੱਲਾ ਗੁਰ ਤੇ ਬੇਮੁਖ ਭਇਓ। ਡੱਲਾ ਗੁਰੂ ਸਾਹਿਬ ਤੋਂ ਬੇਮੁਖ ਹੋ ਗਿਆ। ਤਾਨਾ ਵੀ ਮਾਰਿਆ ਨਾ ਕਲਗੀਧਰ ਜੀ ਨੂੰ, ਜਿਹੋ ਜੀ ਬਾਦਸ਼ਾਹੀ ਆਪਣੇ ਪੁੱਤਰਾਂ ਨੂੰ ਲੈ ਕੇ ਦਿੱਤੀ ਉੱਦਾਂ ਦੀ ਮੈਨੂੰ ਲੈ ਦੇਣਗੇ। ਪੁੱਤਰ ਵੀ ਚੜ੍ਹਾਈ ਕਰ ਗਿਆ ਡੱਲੇ ਦਾ ਤੇ ਸਤਿਗੁਰਾਂ ਤੋਂ ਬੇਮੁਖ ਵੀ ਹੋ ਗਿਆ ਹੈ। ਦੇ
ਫੇਰ ਨ ਤੁਰਤ ਮੁੜ ਪਇਓ। ਸਤਿਗੁਰੂ ਮਹਾਰਾਜ ਜੀ ਨਾਲ ਤੁਰ ਤਾਂ ਪਿਆ, ਇੱਕ ਸਥਾਨ ਗੁਰਦੁਆਰਾ ਝੰਡਾ ਸਾਹਿਬ, ਉੱਥੇ ਤਾਈਂ ਗਿਆ। ਮੈਂ ਇੱਕ ਪ੍ਰਸੰਗ ਤੁਹਾਨੂੰ ਸਰਵਣ ਕਰਾਇਆ ਸੀ, ਜਦੋਂ ਰਾਤ ਪਹਿਰਾ ਦੇ ਰਹੇ ਸਨ ਸਿੰਘ ਤੇ ਡੱਲਾ ਖੰਡਾ ਲੈ ਕੇ ਪਹਿਰਾ ਦਿੰਦਾ ਸੀਗਾ। ਜਦੋਂ ਸਵੇਰ ਦਾ ਸਮਾਂ ਹੋਇਆ, ਉਹ ਖੰਡਾ ਮਹਾਰਾਜ ਦੇ ਪਲੰਘ ਦੇ ਨਾਲ ਖੜਾ ਕਰਕੇ ਨਾ ਤੁਰ ਪਿਆ ਪਿਛਾਂਹ ਨੂੰ, ਛੱਡ ਗਿਆ ਗੁਰੂ ਸਾਹਿਬ ਨੂੰ ਉੱਥੇ ਜਿੱਥੋਂ ਇਹ ਵਾਪਸ ਮੁੜ ਕੇ ਆਇਆ ਸੀ। ਮਹਾਰਾਜ ਦੱਖਣ ਜਾ ਰਹੇ ਸਨ ਤੇ ਜਿਸ ਦਿਨ ਇਹਨੇ ਗੁਰੂ ਸਾਹਿਬ ਦਾ ਡੇਰਾ ਛੱਡਿਆ ਤੇ ਪਹਿਰਾ ਦਿੰਦੇ ਨੇ ਖੰਡਾ ਗੁਰੂ ਸਾਹਿਬ ਦੇ ਪਲੰਘ ਕੋਲ ਰੱਖ ਦਿੱਤਾ। ਮਹਾਰਾਜ ਨੇ ਆਵਾਜ਼ ਮਾਰੀ, ਕੌਣ? ਫਕੀਰ ਬੋਲਿਆ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਮਹਾਰਾਜ ਕਲਗੀਧਰ ਜੀ ਕਹਿੰਦੇ, ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ ਹੈ। ਡੱਲਾ ਜਿਹੜਾ ਸੀ ਇੱਥੇ ਗੁਰੂ ਸਾਹਿਬ ਦੇ ਪਲੰਘ ਦੇ ਨਾਲ ਖੰਡਾ ਰੱਖ ਕੇ ਵਾਪਸ ਆ ਗਿਆ। 2 ਡੇਰੇ ਜਿੱਥੇ ਗੁਰੂ ਸਾਹਿਬ ਨੇ ਪੜਾਅ ਕੀਤਾ ਸੀ, ਮਹਾਰਾਜ ਦੇ ਨਾਲ ਗਿਆ, ਉਪਰੰਤ ਬਿਨਾਂ ਦੱਸੇ ਹੀ ਵਾਪਸ ਮੁੜ ਆਇਆ ਹੈ। ਹੋਰ ਜੰਗਲੇ ਕਿਜ ਸੰਗ ਤੁਰੇ। ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ ਕੁਝ ਕੁ ਜਿਹੜੇ ਸਿੱਖ ਸਨ, ਉਹ ਮਹਾਰਾਜ ਦੇ ਨਾਲ ਚੱਲ ਪਏ ਹਨ। ਬੇਈਮਾਨ ਹੋਏ ਉਹ ਵੀ ਮੁੜੇ। ਪਰ ਕੁਝ ਸਮੇਂ ਬਾਅਦ ਉਹ ਵੀ ਬੇਈਮਾਨ ਹੋ ਗਏ। ਬੇਈਮਾਨ ਜਿਹੜੇ ਸਨ ਗੁਰੂ ਸਾਹਿਬ ਦੇ ਨਾਲ ਦੱਖਣ ਨਹੀਂ ਗਏ, ਰਾਹ ਦੇ ਵਿੱਚੋਂ ਵਾਪਸ ਮੁੜ ਆਏ ਹਨ। ਤੋ ਕੋਲ ਸੋਟੇ ਕੋਠੇ ਵਾਰਾ। ਸਾਧ ਸੰਗਤ ਜੀ, ਜਿਹੜਾ ਭਾਈ ਕੌਲ ਸੀ ਨਾ, ਜਿਹਦਾ ਜ਼ਿਕਰ ਪਿੱਛੇ ਆ ਚੁੱਕਾ ਹੈ, ਸੁਣਿਆ ਉਹਨੇ ਸੁਤ ਲਗਿਓ ਹਮਾਰਾ। ਤੇ ਸਾਧ ਸੰਗਤ ਭਾਈ ਕੌਲ ਦਾ ਜਿਹੜਾ ਪੁੱਤਰ ਸੀ ਨਾ, ਅਭੈ ਰਾਮ, ਉਹਨੇ ਅੰਮ੍ਰਿਤ ਪਾਨ ਕਰ ਲਿਆ ਸੀ ਤੇ ਸਿੰਘ ਸੱਜ ਗਿਆ ਸੀਗਾ। ਤੇ ਗੁਰੂ ਸਾਹਿਬ ਜੀ ਜਦੋਂ ਦੱਖਣ ਜਾਣ ਲੱਗੇ ਸਨ ਤੇ ਅਭੈ ਰਾਮ ਗੁਰੂ ਸਾਹਿਬ ਦੇ ਨਾਲ ਦੱਖਣ ਨੂੰ ਜਾਣ ਲੱਗਾ ਸੀ। ਜਦੋਂ ਸੋਢੀ ਕੌਲ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਪੁੱਤਰ ਨੂੰ ਨਾਲ ਲੈ ਕੇ ਦੱਖਣ ਜਾ ਰਹੇ ਹਨ, ਮਗਰੋਂ ਦੀਵਾਨ ਦੁੜਾਏ। ਉਹਨੇ ਆਪਣੇ ਦੀਵਾਨ ਜਿਹੜੇ ਸਨ ਮਗਰ ਭੇਜ ਦਿੱਤੇ, ਜਾਓ ਮੇਰੇ ਪੁੱਤਰ ਨੂੰ ਨਾਲ ਲੈ ਕੇ ਵਾਪਸ ਆਵੋ। ਸਣ ਪਲੰਗ ਉਸ ਚੱਕ ਲਿਆਏ। ਜਿਹੜਾ ਅਭੈ ਰਾਮ ਸੀ ਨਾ, ਉਹ ਆਰਾਮ ਕਰਦਾ ਪਿਆ ਸੀ, ਸੁੱਤਾ ਹੋਇਆ ਸੀ। ਤੇ ਜਿਹੜੇ ਸੋਢੀ ਕੌਲ ਦੇ ਦੀਵਾਨ ਗਏ ਨਾ, ਉਹਨਾਂ ਨੇ ਸਣੇ ਪਲੰਘ ਚੁੱਕ ਲਿਆ। ਉਹਨਾਂ ਨੇ ਸੋਚਿਆ ਵੀ ਉਂਝ ਤਾਂ ਇਹਨੇ ਜਾਣਾ ਨਹੀਂ ਵਾਪਸ, ਤੇ ਸੁੱਤੇ ਪਏ ਦਾ ਪਲੰਘ ਚੁੱਕ ਕੇ ਉਹ ਵਾਪਸ ਲੈ ਆਏ ਹਨ। ਜਬ ਸਤਿਗੁਰ ਸੋਢੀ ਬੁਲਵਾਇਓ। ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਵੀ ਸੋਢੀ ਕੌਲ ਆਪਣੇ ਪੁੱਤਰ ਨੂੰ ਵਾਪਸ ਲੈ ਗਿਆ, ਚੁੱਕ ਕੇ ਲੈ ਗਿਆ, ਤੇ ਸਿੰਘ ਭੇਜੇ, ਜਾਓ ਜਾ ਕੇ ਸੋਢੀ ਕੌਲ ਨੂੰ ਮੇਰੇ ਪਾਸ ਲੈ ਕੇ ਆਵੋ। ਲੋਕਨ ਡੇਰਾ ਖਾਲੀ ਬਿਤਾਇਓ। ਉਹਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਇੱਥੇ ਸਿੰਘ ਭੇਜਣਗੇ, ਤੇ ਸੋਢੀ ਕੌਲ ਆਪਣਾ ਡੇਰਾ ਖਾਲੀ ਕਰ ਗਿਆ ਵੀ ਕਿਤੇ ਮਹਾਰਾਜ ਮੈਨੂੰ ਨਾ ਕਹਿ ਦੇਣ ਵੀ ਮੇਰੇ ਨਾਲ ਦੱਖਣ ਚੱਲ। ਉਹ ਵੀ ਬੇਈਮਾਨ ਹੋ ਗਿਆ ਤੇ ਸੋਢੀ ਕੌਲ ਜਿਹੜਾ ਸੀ ਆਪਣਾ ਡੇਰਾ ਖਾਲੀ ਕਰਕੇ ਭੱਜ ਗਿਆ। ਤੇ ਸਿੰਘਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਇਹਨੂੰ ਬੁਲਾ ਰਹੇ ਹੋ, ਆਪਣਾ ਡੇਰਾ ਖਾਲੀ ਕਰਕੇ ਦੌੜ ਗਿਆ ਹੈ। ਇਸ ਤੋਰ ਬਹੁ ਲੋਕ ਨਟ ਆਏ। ਭਾਈ ਰਤਨ ਸਿੰਘ ਜੀ ਕਹਿੰਦੇ, ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਲੋਕ ਸਨ ਗੁਰੂ ਸਾਹਿਬ ਦੇ ਡੇਰੇ ਵਿੱਚੋਂ ਨੱਠ ਕੇ ਵਾਪਸ ਘਰਾਂ ਨੂੰ ਆ ਗਏ ਹਨ। ਉਹ ਨੱਠ ਜੰਗਲੇ ਗੁਰੈਤ ਕਾਏ। ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਭਾਈ ਬਹੁਤ ਸਾਰੇ ਇਹ ਜਿਹੜੇ ਜੰਗਲੀ ਇਲਾਕੇ ਦੇ ਰਹਿਣ ਵਾਲੇ ਲੋਕ ਨੇ, ਸਾਡੇ ਨਾਲੋਂ ਬੇਮੁਖ ਹੋ ਕੇ ਬੇਈਮਾਨ ਹੋ ਕੇ ਭੱਜ ਗਏ ਹਨ। ਗੁਰ ਸੰਗ ਘਰ ਚਾਰ। ਗੁਰੂ ਸਾਹਿਬ ਜੀ ਦੇ ਨਾਲ 4 ਘਰ ਰਹੇ, ਜਿਨ੍ਹਾਂ ਨੇ ਅੰਸਾਂ ਬੰਸਾਂ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਹੈ। ਮੋਹਨ ਭਗਤੋ ਬਹਿਲੋ ਰੂਪੇ ਵਾਰ। ਮਹਾਰਾਜ ਦੇ ਰਹਿਣ ਵਾਲੇ ਭਾਈ ਮੋਹਨ ਜੀ, ਉਹਨਾਂ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ, ਸ਼ੁਰੂ ਤੋਂ ਸੇਵਾ ਕਰਦੇ ਆ ਰਹੇ ਨੇ। ਦੂਜੇ ਗੁਰਸਿੱਖ ਸਨ ਭਾਈ ਭਗਤੂ ਜੀ, ਜਿਨ੍ਹਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਬੜੀ ਸੇਵਾ ਕੀਤੀ। ਤੇ ਸਾਧ ਸੰਗਤ ਜੀ, ਉਹਨਾਂ ਦੀ ਜਿਹੜੀ ਸੰਤਾਨ ਸੀ, ਉਹਨਾਂ ਦੇ ਪੁੱਤ ਪੋਤਰੇ ਜਿਹੜੇ ਸਨ, ਗੁਰੂ ਘਰ 'ਤੇ ਬੜਾ ਵਿਸ਼ਵਾਸ ਤੇ ਸ਼ਰਧਾ ਰੱਖਦੇ ਸਨ, ਉਹਨਾਂ ਅੰਮ੍ਰਿਤਪਾਨ ਕਰ ਲਿਆ ਸੀ। ਤੀਸਰੇ ਸਨ ਭਾਈ ਬਹਿਲੋ ਜੀ ਦਾ ਪਰਿਵਾਰ। ਭਾਈ ਬਹਿਲੋ ਨੇ ਬੜੀ ਸੇਵਾ ਕੀਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ। ਗੁਰੂ ਸਾਹਿਬ ਨੇ ਉਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਦਿੱਤੀਆਂ। ਤੇ ਚੌਥੇ ਸਿੱਖ ਸਨ ਭਾਈ ਕੇ ਰਹਿਣ ਵਾਲੇ ਭਾਈ ਰੂਪਾ ਜੀ। ਭਾਈ ਸਾਧੂ ਜੀ ਜਿਹੜੇ ਸਨ,
ਉਹਨਾਂ ਨੂੰ ਵਰ ਦਿੱਤਾ ਸੀ ਛੇਵੇਂ ਪਾਤਸ਼ਾਹ ਨੇ, ਤੁਹਾਡੇ ਘਰ ਦੇ ਵਿੱਚ ਸਪੁੱਤਰ ਜਨਮ ਲਏਗਾ, ਉਹਦਾ ਨਾਮ ਭਾਈ ਰੂਪਾ ਰੱਖਣਾ। ਬੜੀ ਕਲਾਵਾਨ, ਬੜੀ ਤਾਕਤ ਵਾਲੇ ਕਰਾਮਾਤੀ ਪੁਰਸ਼ ਸਨ ਭਾਈ ਰੂਪਾ ਜੀ, ਬੰਦਗੀ ਵਾਲੀ ਰੂਹ ਸੀ। ਬਚਪਨ ਦੇ ਵਿੱਚ ਕਿਤੇ ਜਾ ਰਹੇ ਸਨ ਭਾਈ ਰੂਪਾ ਜੀ ਆਪਣੀ ਮਾਤਾ ਦੇ ਨਾਲ। ਗਰਮੀ ਪੈਂਦੀ ਸੀ, ਪਾਣੀ ਦੀ ਕਿੱਲਤ ਬੜੀ ਸੀ, ਕਿਉਂਕਿ ਜੰਗਲੀ ਇਲਾਕਾ ਸੀ ਨਾ ਸਾਰਾ। ਮਾਂ ਕਹਿਣ ਲੱਗੀ ਪੁੱਤਰ ਪਿਆਸ ਲੱਗੀ ਹੈ। ਭਾਈ ਰੂਪਾ ਕਹਿਣ ਲੱਗੇ ਮਾਤਾ ਥੋੜਾ ਕੁ ਰੁਕ ਜਾ, ਅੱਗੇ ਕੋਈ ਪਿੰਡ ਆਵੇਗਾ ਨਾ ਉੱਥੋਂ ਜਲ ਛਕ ਲਈ। ਕਹਿਣ ਲੱਗੀ ਨਹੀਂ ਪੁੱਤਰ ਇੱਕ ਕਦਮ ਨਹੀਂ ਪੁੱਟਿਆ ਜਾਂਦਾ। ਭਾਈ ਰੂਪੇ ਨੇ ਮਾਤਾ ਨੂੰ ਬਿਠਾਇਆ ਵੀ ਇੱਥੇ ਬਹਿ ਜਾਓ, ਇਸ ਤਰ੍ਹਾਂ ਵੀ ਮੈਂ ਤੁਹਾਡੇ ਲਈ ਨਾ ਜਲ ਲੈ ਕੇ ਆਉਣਾ, ਵੀ ਤੁਸੀਂ ਇੱਥੇ ਬੈਠੋ। ਹਾਂ ਜੇ ਤੁਹਾਨੂੰ ਲੱਗੇ ਵੀ ਤੁਹਾਡੀ ਜਾਨ ਨਿਕਲ ਰਹੀ ਹੈ, ਵੀ ਤੁਹਾਨੂੰ ਬਹੁਤ ਪਿਆਸ ਲੱਗ ਗਈ ਹੈ, ਵੀ ਤੁਸੀਂ ਹੁਣ ਆਪਣੇ ਸਵਾਸ ਨਹੀਂ ਰੱਖ ਪਾ ਰਹੇ, ਤੇ ਸਾਹਮਣੇ ਨਾ ਸੁੱਕਾ ਛੱਪੜ ਹੈ, ਛੱਪੜ 'ਚ ਵੜ ਜਾਇਓ। ਜਦੋਂ ਗਰਮੀ ਪੈਂਦੀ ਹੈ ਨਾ, ਛੱਪੜ ਦੇ ਹੇਠਲੇ ਪਾਸੇ ਜਿਹੜੀ ਮਿੱਟੀ ਹੁੰਦੀ ਹੈ ਉਹ 'ਚ ਤਰੇੜਾਂ ਪੈ ਜਾਂਦੀਆਂ ਨੇ, ਡਲੇ ਜੇ ਬਣ ਜਾਂਦੇ ਨੇ, ਤੇ ਇੱਕ ਮਿੱਟੀ ਦੀ ਖਰੇਪੜੀ ਚੁੱਕ ਲਿਓ ਤੇ ਥੱਲੋਂ ਜਲ ਪਾਣੀ ਨਿਕਲੇਗਾ, ਤੇ ਉਹ ਜਿਹੜਾ ਜਲ ਛਕ ਕੇ ਪਿਆਸ ਬੁਝਾ ਲਿਓ। ਭਾਈ ਰੂਪਾ ਆਪ ਜਲ ਲੈਣ ਵਾਸਤੇ ਤੁਰ ਪਏ, ਤੇ ਮਾਤਾ ਨੇ ਵੇਖਿਆ ਹੁਣ ਪੁੱਤਰ ਤਾਂ ਜਲ ਲੈਣ ਵਾਸਤੇ ਤੁਰ ਪਿਆ, ਹੁਣ ਰਿਹਾ ਕਿੱਥੇ ਜਾਵੇ। ਮਾਤਾ ਛੱਪੜ ਵਿੱਚ ਵੜੀ ਤੇ ਜਿਹੜੀ ਉਹ ਮਿੱਟੀ ਦੀ ਖਰੇਪੜੀ ਚੁੱਕੀ ਤੇ ਥੱਲੋਂ ਪਾਣੀ ਦੇ ਫੁਹਾਰੇ ਛੁੱਟ ਪਏ। ਮਾਤਾ ਨੇ ਜਲ ਵੀ ਛਕਿਆ, ਇਸ਼ਨਾਨ ਵੀ ਕਰ ਲਿਆ, ਕੱਪੜੇ ਵੀ ਧੋ ਲਏ। ਤੇ ਜਦੋਂ ਵਾਪਸ ਆਏ ਭਾਈ ਰੂਪਾ ਤੇ ਕਹਿਣ ਲੱਗੇ ਮਾਤਾ ਕੀ ਕੀਤਾ ਹੈ? ਕਹਿੰਦੀ ਪੁੱਤਰ ਮੇਰੇ ਕੋਲ ਤਾਂ ਇੱਕ ਪਲ ਨਹੀਂ ਰਿਹਾ ਗਿਆ, ਜਦੋਂ ਤੂੰ ਗਿਆ ਮੈਂ ਤਾਂ ਉਦੋਂ ਹੀ ਤੇਰਾ ਬਚਨ ਮੰਨ ਕੇ ਇੱਥੋਂ ਜਲ ਪ੍ਰਗਟ ਕਰ ਲਿਆ। ਉੱਥੇ ਕਹਿੰਦੇ ਕੋਈ ਮਈਆਂ ਚਰਾਉਣ ਵਾਲਾ ਸੀ, ਉਹਨੇ ਵੇਖ ਲਿਆ। ਭਾਈ ਰੂਪੇ ਦੀ ਮਹਿਮਾ ਫੈਲ ਗਈ। ਇਹੋ ਜਿਹੇ ਸਿੱਖ ਸਨ ਜਿਨ੍ਹਾਂ ਬਿਨਾਂ ਘੋੜਿਆਂ ਤੋਂ ਰੱਥ ਦੌੜਾਏ। ਬੜੀ ਕਰਾਮਾਤ ਸੀ। ਗੱਲ ਕਰਾਮਾਤ ਦੀ ਨਹੀਂ, ਗੱਲ ਬੰਦਗੀ ਦੀ ਹੈ। ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਸੰਤ, ਇਹਨਾਂ ਦਾ ਬੜਾ ਤੇਜ ਪ੍ਰਤਾਪ ਸੀਗਾ। ਸੋ ਭਾਈ ਰੂਪਾ ਜੀ, ਭਾਈ ਸਾਧੂ ਜੀ, ਉਹਨਾਂ ਦਾ ਜਿੰਨਾ ਪਰਿਵਾਰ ਅੱਗੋਂ ਪੁੱਤ ਪੋਤਰੇ ਸਨ, ਸਾਰਿਆਂ ਨੇ ਖੰਡੇ ਬਾਟੇ ਦੀ ਪੌਲ ਛਕ ਲਈ ਤੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ। ਯਾਨੀ ਕਿ ਮਾਲਵੇ ਦੇ ਇਲਾਕੇ ਵਿੱਚੋਂ ਬਾਬਾ ਮੋਹਨ ਜੀ ਦਾ ਪਰਿਵਾਰ, ਭਾਈ ਭਗਤੂ ਜੀ ਦਾ, ਭਾਈ ਬਹਿਲੋ ਜੀ ਦਾ, ਭਾਈ ਰੂਪਾ ਜੀ ਦਾ, ਇਹ ਚਾਰ ਪਰਿਵਾਰ ਜਿਹੜੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਨਾਲ ਰਹੇ ਹਨ। ਗਏ ਸਤਿਗੁਰੂ ਸੰਗ ਬਹੁ ਦੂਰ। ਸਤਿਗੁਰੂ ਕਲਗੀਧਰ ਜੀ ਨਾਲ ਕਾਫੀ ਦੂਰ ਤੱਕ ਇਹ ਪਰਿਵਾਰ ਨਾਲ ਗਏ ਹਨ। ਸੋ ਹਟੇ ਖੁਸ਼ੀ ਲੈ ਮੁਖੋਂ ਹਜੂਰ। ਅਖੀਰ ਸਤਿਗੁਰਾਂ ਨੇ ਇਹਨਾਂ ਨੂੰ ਆਪ ਹੁਕਮ ਦਿੱਤਾ ਵੀ ਤੁਸੀਂ ਵਾਪਸ ਜਾਓ। ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ, ਆਗਿਆ ਲੈ ਕੇ ਆਪਣੇ ਘਰਾਂ ਨੂੰ ਇਹ ਪਰਿਵਾਰ ਵਾਪਸ ਆ ਗਏ ਹਨ। ਦੋਹਰਾ ਜਬ ਸਤਿਗੁਰ ਦੱਖਣ ਪੁਜੇ, ਜੈ ਤੋ ਦਾਦੂ ਦਵਾਰ। ਸਤਿਗੁਰੂ ਕਲਗੀਧਰ ਜੀ ਜਦੋਂ ਦੱਖਣ ਦੇ ਇਲਾਕੇ ਵਿੱਚ ਪਹੁੰਚੇ ਨੇ ਤੇ ਰਾਹ ਦੇ ਵਿੱਚ ਭਾਈ ਦਾਦੂ ਦਾ ਅਸਥਾਨ ਪੈਂਦਾ ਸੀਗਾ। ਉਹ ਵੀ ਬੰਦਗੀ ਵਾਲੇ ਪੁਰਸ਼ ਹੋਏ ਨੇ, ਪੂਰਨ ਪੁਰਸ਼ ਹੋਏ। ਉਹਨਾਂ ਦਾ ਅਸਥਾਨ ਪੈਂਦਾ ਜਿੱਥੇ ਕਲਗੀਧਰ ਜੀ ਪਹੁੰਚੇ ਹਨ। ਤੇਰਾ ਲਾਇਆ ਦੇਖਤਾ ਸੰਗ 5-7 ਸਿੰਘ ਹਜ਼ਾਰ। ਗੁਰੂ ਸਾਹਿਬ ਜੀ ਨੇ ਜਿੱਥੇ ਦਾਦੂ ਰਹਿੰਦਾ ਸੀ ਉਹਦੇ ਇਲਾਕੇ ਦੇ ਵਿੱਚ ਜਾ ਕੇ ਡੇਰਾ ਲਾ ਲਿਆ, ਤੇ ਉਦੋਂ ਕਰੀਬਨ 5-7 ਹਜ਼ਾਰ ਜਿਹੜੇ ਸਿੰਘ ਸਨ ਮਹਾਰਾਜ ਦੇ ਨਾਲ ਸਨ। ਜਦੋਂ ਦਮਦਮਾ ਸਾਹਿਬ ਗੁਰੂ ਸਾਹਿਬ ਟਿਕੇ ਸਨ ਕਾਫੀ ਸਮਾਂ, ਤੇ ਬੜੇ ਸਿੱਖ ਜਿਹੜੇ ਸਨ 4 ਚਫੇਰੇ ਤੋਂ ਆ ਕੇ ਗੁਰੂ ਸਾਹਿਬ ਦੇ ਨਾਲ ਰਹਿਣ ਲੱਗ ਪਏ ਹਨ। ਸੋ ਪਏ ਬਜੈ ਨਗਾਰੇ ਝੁਲੇ ਨਿਸ਼ਾਨ। ਸਤਿਗੁਰਾਂ ਦੇ ਦਲ ਦੇ ਵਿੱਚ ਨਗਾਰੇ ਵੱਜਦੇ ਨੇ ਤੇ ਨਿਸ਼ਾਨ ਸਾਹਿਬ ਝੂਲਦੇ ਹਨ। ਬੜੇ ਬਾਣੀਆਂ ਕਿਸ ਕਰੇ ਨਾ ਕਾਣ। ਗੁਰੂ ਕੇ ਸਿੰਘ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਕਿਸੇ ਦੀ ਕਾਣ ਪ੍ਰਵਾਹ ਨਹੀਂ ਕਰਦੇ। ਚੰਡੀ ਚਰਿਤਰ ਉਹ ਚੰਡੀ ਕੇ ਵਾਰ। ਦਸਮ ਦੀ ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ। ਗੁਰੂ ਕਾ ਜੋ ਹੁਕਮ ਹੈ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ। ਦਸਮ ਗ੍ਰੰਥ ਸਾਹਿਬ ਦੀ ਜਿਹੜੀ ਵੀਰ ਰਸੀ ਬਾਣੀ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ ਤੇ ਤੀਸਰੀ ਬਾਣੀ ਚੰਡੀ ਦੀ ਵਾਰ, ਇਹ 3 ਬਾਣੀਆਂ ਨੇ। ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ ਤੇ ਫਿਰ ਚੰਡੀ ਦੀ ਵਾਰ ਆਉਂਦੀ ਹੈ। ਇਸ ਤਰ੍ਹਾਂ ਚੰਡੀ ਚਰਿੱਤਰ ਤੇ ਚੰਡੀ ਦੀ ਵਾਰ ਦੀ ਬਾਣੀ ਪੜ੍ਹਦੇ ਹਨ। ਕਾਲ ਉਸਤਤ ਕੋ ਕਰੈ ਉਚਾਰ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ ਜਾਪ ਸਾਹਿਬ, ਤੇ ਦੂਜੀ ਬਾਣੀ ਹੈ ਸ੍ਰੀ ਅਕਾਲ ਉਸਤਤ, ਤੀਜੀ ਬਾਣੀ ਹੈ ਬਚਿੱਤਰ ਨਾਟਕ।
ਇਸ ਤਰ੍ਹਾਂ ਸ੍ਰੀ ਅਕਾਲ ਉਸਤਤ ਦੀ ਜਿਹੜੀ ਪਾਵਨ ਬਾਣੀ ਸਿੰਘ ਉਹਦਾ ਜਾਪ ਕਰਦੇ ਹਨ। ਜਿਮ ਜੇਠ ਤਪਤ ਮਦ ਬਰਖਾ ਹੋਏ। ਜਿਵੇਂ ਜੇਠ ਦਾ ਮਹੀਨਾ ਆਉਂਦਾ ਹੈ, ਬੜੀ ਤਪਸ਼ ਪੈਂਦੀ, ਗਰਮੀ ਪੈਂਦੀ ਹੈ ਤੇ ਮੀਂਹ ਪੈ ਜਾਏ, ਵਰਖਾ ਪੈ ਜਾਏ। ਬੋਲੇ ਦਾਦਰ ਸੁਖ ਪਾਵੇ ਸੋਏ। ਮੀਂਹ ਪੈਣ ਦੇ ਨਾਲ ਦਾਦਰ ਡੱਡੂ ਜਿਹੜੇ ਬੋਲਦੇ ਹਨ ਉਹ ਸੁੱਖਾਂ ਦੀ ਪ੍ਰਾਪਤੀ ਕਰਦੇ ਨੇ, ਥਾਂ ਥਾਂ ਤੇ ਪਾਣੀ ਖੜ ਜਾਂਦਾ ਹੈ। ਮੋਰ ਘਟਾ ਸੁਨ ਮੋਰ ਪੁਕਾਰੇ। ਆਕਾਸ਼ ਦੇ ਵਿੱਚ ਜੈਸੇ ਕਾਲੀ ਘਟਾ ਚੜ ਕੇ ਆਉਂਦੀ ਹੈ ਤੇ ਉਹਨੂੰ ਵੇਖ ਕੇ ਮੋਰ ਪੁਕਾਰਾਂ ਕਰਦਾ, ਪਹਿਲਾਂ ਪਾਉਂਦਾ ਹੈ। ਇਸ ਸ਼ਬਦ ਸੋ ਸਿੱਖ ਬਾਣੀ ਉਚਾਰੇ। ਇਸ ਛਵੀ ਦੇ ਨਾਲ ਜਿਹੜੇ ਸਿੱਖ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ। ਜਿਵੇਂ ਕਾਲੀ ਘਟਾ ਵੇਖ ਕੇ ਮੋਰ ਪਹਿਲਾਂ ਪਾਉਂਦਾ ਹੈ, ਮੀਂਹ ਵੇਖ ਕੇ ਡੱਡੂ ਬੋਲਦਾ ਹੈ। ਇਨ ਬਿਨ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਸਿੱਖ ਬੜੇ ਸੁੱਖ ਦੇ ਨਾਲ ਬਾਣੀ ਪੜ੍ਹਦੇ ਹਨ। ਦੋਹਰਾ ਕਿਤੇ ਗ੍ਰੰਥ ਕਿਤ ਪੁਸਤਕ ਹੈ, ਕਿਤੇ ਪੜ੍ਹੈ ਮੁਕਵਾਕ। ਸਾਧ ਸੰਗਤ ਜੀ 52 ਕਵੀ ਮਹਾਰਾਜ ਕਲਗੀਧਰ ਜੀ ਦੇ ਦਰਬਾਰੀ ਕਵੀ ਸਨ ਤੇ ਉਹਨਾਂ ਕਵੀਆਂ ਨੇ ਬੜਾ ਭਾਰੀ ਖਜ਼ਾਨਾ ਲਿਖਿਆ ਹੋਇਆ ਸੀ ਤੇ ਉਸ ਖਜ਼ਾਨੇ ਨੂੰ ਸਿੰਘ ਪੜ੍ਹਦੇ ਨੇ। ਕਿਤੇ ਕੋਈ ਬਹਿ ਕੇ ਗ੍ਰੰਥ ਪੜ੍ਹ ਰਿਹਾ ਹੈ, ਕਿਤੇ ਕੋਈ ਪੁਸਤਕ ਪੜ੍ਹ ਰਿਹਾ ਹੈ ਤੇ ਕਿਤੇ ਕੋਈ ਸਿੱਖ ਮੁਖਵਾਕ ਪੜ੍ਹਦਾ ਹੈ। ਮੁਖਵਾਕ ਦਾ ਭਾਵ ਹੈ ਵੀ ਜਿਹੜੀ ਗੁਰੂ ਸਾਹਿਬ ਦੇ ਮੁਖ ਰਾਹੀਂ ਉਚਾਰਨ ਕੀਤੀ ਬਾਣੀ ਉਹ ਪੜ੍ਹਦਾ ਹੈ। ਕੋਈ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਹੈ, ਕੋਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਹੈ। ਕਈ ਪੜੈ ਰਬਾਬੀ ਰਬਾਬ ਲੈ, ਲੱਗ ਰਹਿਓ ਇੰਦਰਾਸਨ ਠਾਠ। ਰਬਾਬੀ ਸਿੱਖ ਰਬਾਬ ਲੈ ਕੇ ਗੁਰੂ ਕੇ ਹਜ਼ੂਰ ਬਾਣੀ ਦਾ ਕੀਰਤਨ ਕਰਦੇ ਹਨ ਤੇ ਜਿਵੇਂ ਕਹਿੰਦੇ ਇੰਦਰ ਦਾ ਠਾਠ ਬਣਿਆ ਹੁੰਦਾ ਨਾ, ਇੰਦਰ ਆਪਣੇ ਆਸਣ ਤੇ ਬੈਠਾ ਤੇ ਚਾਰ ਚੁਫੇਰੇ ਦੇਵਤੇ ਬਹਿ ਕੇ ਤੇ ਗੰਧਰਵ ਗਾ ਰਹੇ ਨੇ ਤੇ ਦੇਵਤੇ ਉਹਦੀ ਸ਼ੋਭਾ ਵਿੱਚ ਝੂਮ ਰਹੇ ਨੇ। ਇਸ ਤਰ੍ਹਾਂ ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਠੇ, ਰਬਾਬੀ ਸਿੱਖ ਗੰਧਰਵਾਂ ਵਾਂਗੂ ਕੀਰਤਨ ਕਰਦੇ ਨੇ। ਸਾਜ਼ ਵੱਜ ਰਹੇ ਨੇ, ਰਬਾਬਾਂ ਵੱਜ ਰਹੀਆਂ ਨੇ, ਤਾਲਾਂ ਵੱਜ ਰਹੀਆਂ, ਖੜਤਾਲਾਂ ਵੱਜ ਰਹੀਆਂ, ਤਬਲਾ ਵੱਜਦਾ ਹੈ ਤੇ ਨਾਲ ਜਿਹੜੀਆਂ ਸੰਗਤਾਂ ਨੇ ਬੜੇ ਪ੍ਰੇਮ ਨਾਲ ਬਾਣੀ ਸੁਣ ਕੇ ਝੂਮਦੀਆਂ ਹਨ। ਸਵਈਆ ਕਿਤ ਝਾਂਜ ਮਿਰਦੰਗ ਉਪੰਗ ਬਜੈ। ਇਸੇ ਪ੍ਰਕਾਰ ਝਾਂਜ, ਮਿਰਦੰਗ, ਉਪੰਗ ਇਹ ਸਾਰੇ ਸਾਜ਼ਾਂ ਦੇ ਨਾਮ ਆਉਣਗੇ। ਕਿਤੇ ਝਾਂਜ ਵੱਜਦੀ ਹੈ, ਮਿਰਦੰਗ ਵੱਜਦੇ ਨੇ, ਉਪੰਗ ਵੱਜਦੇ ਹਨ। ਕਿਤ ਦੋਏ ਕਰ ਤਾਲ ਰਬਾਬ ਵਜੈ। ਕਿਤੇ ਦੋ ਹੱਥਾਂ ਦੇ ਨਾਲ ਖੜਤਾਲਾਂ ਵਜਾਉਂਦੇ ਨੇ, ਕਿਤੇ ਤਬਲਾ ਵਜਾਇਆ ਜਾ ਰਿਹਾ ਹੈ ਤੇ ਕਿਸੇ ਪਾਸੇ ਰਬਾਬ ਵੱਜਦੀ ਹੈ। ਜਲ ਬੀਨ ਸੋ ਬੀਨ ਪਰ ਬੀਨ ਸਜੈ। ਜਲ ਤਰੰਗਾ ਵੱਜਦੀਆਂ ਨੇ, ਬੀਨਾਂ ਵੱਜਦੀਆਂ ਹਨ ਤੇ ਇਸੇ ਪ੍ਰਕਾਰ ਉਹਨੂੰ ਵਜਾਉਣ ਵਾਲੇ ਪ੍ਰਵੀਨ ਜਿਹੜੇ ਸਿਆਣੇ ਨੇ ਉਹ ਸਾਜ਼ ਵਜਾਉਂਦੇ ਹੋਏ ਗੁਰੂ ਕੇ ਦਰਬਾਰ 'ਚ ਸ਼ੋਭਾ ਪਾਉਂਦੇ ਹਨ। ਤਾਰ ਸਤਾਰ ਤੰਬੂਰ ਸਜੈ। ਇਸੇ ਪ੍ਰਕਾਰ ਕਹਿੰਦੇ ਕਿਤੇ ਤਾਰਾਂ ਵਾਲੀ ਸਤਾਰ ਵੱਜਦੀ ਹੈ ਤੇ ਕਿਤੇ ਤੰਬੂਰ ਵੱਜਦਾ ਹੈ। ਜਸ ਕਿਨਰ ਨਾਰਦ ਹਾਹੇ ਹੂ ਹੂ। ਇਸੇ ਪ੍ਰਕਾਰ ਜਿਹੜੇ ਯਕਸ਼ ਨੇ, ਕਿੰਨਰ ਹਨ ਤੇ ਨਾਰਦ, ਹਾਹਾ ਹੂ ਹੂ, ਇਹ ਜਿਹੜੇ ਦੇਵਤਿਆਂ ਦੇ ਗੰਧਰਵ ਨੇ, ਰਾਗੀ ਨੇ, ਜਿਨ੍ਹਾਂ ਨੂੰ ਕਹਿੰਦੇ ਆਪਾਂ ਕਿੰਨਰ ਹੋ ਗਏ, ਇਹ ਨਾਂ ਨੇ। ਹਾਹਾ ਹੂ ਹੂ ਇਹ ਉਹਨਾਂ ਦੇ ਗੰਧਰਵਾਂ ਦੇ ਨਾਂ ਨੇ, ਜਿਹੜੇ ਉਹਨਾਂ ਦੇ ਗਵਈਏ ਨੇ ਦੇਵਤਿਆਂ ਦੇ, ਜਿਹੜੇ ਉਹਨਾਂ ਦੇ ਦਰਬਾਰ 'ਚ ਬਹਿ ਕੇ ਗਾਉਂਦੇ। ਬਾਣੀ ਵਿੱਚ ਵੀ ਇਹਨਾਂ ਦੇ ਨਾਮ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਸੋ ਇਸ ਪ੍ਰਕਾਰ ਉਹਨਾਂ ਦੇ ਵਾਂਗੂ, ਗੰਧਰਵਾਂ ਦੇ ਵਾਂਗੂ ਜਿਹੜੇ ਸਿੱਖ ਨੇ ਉਹ ਬਹਿ ਕੇ ਬਾਣੀ ਦਾ ਕੀਰਤਨ ਕਰਦੇ ਹਨ। ਤੋਮਰ ਅਲੂਕ ਸੁਨ ਸਾਜ ਸਜੈ। ਸਾਧ ਸੰਗਤ ਜੀ ਇਸੇ ਪ੍ਰਕਾਰ ਕਹਿੰਦੇ ਸਾਜ਼ਾਂ ਦੀ ਜਿਹੜੀ ਧੁਨੀ ਹੈ ਉਹਨੂੰ ਸਰਵਣ ਕਰਕੇ ਸਾਰੇ ਜਾਣੇ ਬੜੇ ਆਨੰਦਿਤ ਹੁੰਦੇ ਹਨ। ਠਾਠ ਠਟਿਓ ਸੋ ਹਜੂਰ ਗੁਰੂ। ਇਸ ਪ੍ਰਕਾਰ ਕਲਗੀਧਰ ਜੀ ਦੇ ਦਰਬਾਰ ਦੇ ਵਿੱਚ ਸੁੰਦਰ ਠਾਠ ਸਜਿਆ ਹੋਇਆ ਹੈ। ਲਗ ਹੋਤ ਇੰਦਰਾਸ਼ਨ ਲਾਜ ਲਜੈ। ਕਲਗੀਧਰ ਜੀ ਦੇ ਦਰਬਾਰ ਦੀ ਇੰਨੀ ਸ਼ੋਭਾ ਹੈ ਜਿਹਨੂੰ ਵੇਖ ਕੇ ਲੱਖਾਂ ਇੰਦਰਾਂ ਦਾ ਰਾਜ ਦਾ ਸਾਜ ਸ਼ਰਮਿੰਦਾ ਹੋ ਜਾਂਦਾ ਹੈ। ਇਉਂ ਕਹਿ ਲਓ ਕਿ ਇੰਦਰ ਦੇਵਤੇ ਭਾਵੇਂ ਲੱਖ ਹੋਵਣ, ਲੱਖਾਂ ਉਹਨਾਂ ਦੇ ਰਾਜ ਹੋਵਣ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਫਿੱਕੀ ਪੈ ਜਾਂਦੀ ਹੈ।
ਲੱਖਾਂ ਦੀਵੇ ਬਾਲਦੇ ਉਹ ਸੂਰਜ ਸਾਹਮਣੇ ਫਿੱਕੇ ਨੇ। ਇਨ ਬਿਨ ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਤਾਪ ਸਾਹਮਣੇ ਇੰਦਰ ਦੀ ਜਿਹੜੀ ਸੋਭਾ ਹੈ ਉਹ ਫਿੱਕੀ ਦੀ ਫਿੱਕੀ ਰਹਿ ਜਾਂਦੀ ਹੈ। ਸੋ ਪਈ ਕਈ ਸਤਿਗੁਰ ਕੇ ਆਚਰਨੀ ਪੜੈ। ਕਈ ਸਿੱਖ ਆ ਕੇ ਮਹਾਰਾਜ ਦੇ ਚਰਨੀ ਪੈਂਦੇ ਨਮਸਕਾਰਾਂ ਕਰਦੇ ਹਨ। ਲੈ ਸਤਿਗੁਰ ਹੁਕਮ ਕਈ ਡੇਰੋ ਕਰੈ। ਕਈ ਸਤਿਗੁਰਾਂ ਦਾ ਹੁਕਮ ਲੈ ਕੇ ਡੇਰਾ ਕਰ ਲੈਂਦੇ ਨੇ। ਇਹਦਾ ਭਾਵ ਵੀ ਉਹ ਕਹਿੰਦੇ ਨੇ ਵੀ ਮਹਾਰਾਜ ਅਸਾਂ ਤੁਹਾਡੇ ਨਾਲ ਹੀ ਰਹਿਣਾ, ਤੇ ਸਤਿਗੁਰੂ ਉਹਨਾਂ ਨੂੰ ਹੁਕਮ ਦੇ ਕੇ ਤੇ ਆਪਣੇ ਦਲ ਵਿੱਚ ਉਹਨਾਂ ਦਾ ਡੇਰਾ ਕਰਾ ਦਿੰਦੇ, ਪੜਾਅ ਕਰਾ ਦਿੰਦੇ ਹਨ। ਧੂਪ ਤੁਖਾਏ ਕਈ ਗਿਰਦੈ ਫਿਰਾਹੇ। ਮੇਵਿਆਂ ਦੇ ਨਾਲ ਬਣੀ ਹੋਈ ਜਿਹੜੀ ਸਮੱਗਰੀ ਹੈ ਉਹ ਧੂਫ ਗੁਰੂ ਸਾਹਿਬ ਦੇ ਦਰਬਾਰ ਵਿੱਚ ਸਿੰਘ ਕਹਿੰਦੇ ਤੁਖਾਉਂਦੇ ਨੇ। ਹੱਥ ਦੇ ਵਿੱਚ ਧੂਫ ਵਾਲਾ ਕੜਛਾ ਲੈ ਕੇ ਚਾਰ ਚਫੇਰੇ ਘੁੰਮਦੇ ਹਨ। ਜਿਵੇਂ ਧਰੂਪ ਗਿਰਦ ਤਾਰੇ ਘੁਮਾਹੇ। ਜਿਵੇਂ ਧਰੂ ਤਾਰਾ ਹੁੰਦਾ ਨਾ ਉਹਦੇ ਚਾਰ ਚਫੇਰੇ ਸਾਰੇ ਤਾਰੇ ਘੁੰਮਦੇ ਪਰਿਕਰਮਾ ਕਰਦੇ ਨੇ। ਇਨ ਬਿਨ ਇਸੇ ਪ੍ਰਕਾਰ ਮਹਾਰਾਜ ਕਲਗੀਧਰ ਜੀ ਦੇ ਚਾਰ ਚਫੇਰੇ ਸਿੱਖ ਪਰਿਕਰਮਾ ਕਰਦੇ ਨੇ। ਤੇ ਦੂਜਾ ਭਾਵ ਜਿਹੜਾ ਉਹ ਸਿੰਘ ਧੂਫ ਦਿਖਾਉਂਦਾ ਹੈ ਨਾ, ਸਮਗਰੀ ਦਿਖਾ ਰਿਹਾ ਹੈ, ਉਹ ਸਮਗਰੀ ਲੈ ਕੇ ਮਹਾਰਾਜ ਦੇ ਚਫੇਰੇ ਪਰਿਕਰਮਾ ਕਰਦਾ, ਜਿਵੇਂ ਧਰੂ ਤਾਰੇ ਦੇ ਚਫੇਰੇ ਤਾਰੇ ਪਰਿਕਰਮਾ ਕਰਦੇ ਹਨ। ਉਹ ਚਰਨਨ ਛੋਹੇ ਮੋਦਾ ਪਰੈ। ਕੋਈ ਮਹਾਰਾਜ ਦੇ ਚਰਨ ਛੂ ਕੇ ਤੇ ਚਰਨਾਂ ਤੇ ਡੰਡੌਤ ਕਰਦਾ ਹੈ। ਜਨ ਡੰਡੋਤ ਦੇਵ ਇੰਦਰੈ ਕਰੈ। ਸਾਧ ਸੰਗਤ ਜੀ, ਜਿਵੇਂ ਦੇਵਤੇ ਇੰਦਰ ਦੇ ਪੈਰਾਂ ਤੇ ਡਿੱਗ ਕੇ ਡੰਡੌਤ ਕਰਦੇ ਨਾ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਅੰਜਲੀ ਇਹ ਨਮਸਕਾਰਾਂ ਦੇ ਨਾਮ ਨੇ। ਇੱਕ ਅੰਜਲੀ ਆਪਾਂ ਮੱਥਾ ਟੇਕਦੇ ਹਨ, ਅਸ਼ਟਾਂਗ ਇਹ ਵੀ ਨਮਸਕਾਰ ਹੈ। ਹੱਥ ਜਿਹੜੇ ਨੇ ਧਰਤੀ ਤੇ ਉਲਟੇ ਰੱਖ ਕੇ ਨਮਸਕਾਰ ਕਰਨੀ ਅੰਜਲੀ। ਅਸ਼ਟਾਂਗ ਸਰੀਰ ਦੇ 8 ਅੰਗ ਧਰਤੀ ਤੇ ਲਾ ਕੇ ਮੱਥਾ ਟੇਕਣਾ, ਇਹਨੂੰ ਅਸ਼ਟਾਂਗ ਨਮਸਕਾਰ ਕਹਿੰਦੇ ਨੇ। ਇੱਕ ਹੁੰਦੀ ਹੈ ਡੰਡੌਤ। ਡੰਡੌਤ ਦਾ ਭਾਵ ਵੀ ਡੰਡੇ ਵਾਂਗੂ ਸਿੱਧਾ ਲੰਮਾ ਪੈ ਕੇ ਧਰਤੀ ਤੇ ਨਮਸਕਾਰ ਕਰਨੀ, ਉਹਨੂੰ ਡੰਡੌਤ ਕਹਿੰਦੇ ਨੇ। ਇਸ ਤਰ੍ਹਾਂ ਜਿਹੜੇ ਸਿੱਖ ਆ ਕੇ ਮਹਾਰਾਜ ਦੇ ਚਰਨਾਂ ਤੇ ਡੰਡੌਤ ਕਰਦੇ ਹਨ। ਤੰਬੂ ਚਾਨਣੀ ਕਈ ਫੜ ਖੜੈ। ਤੰਬੂ ਲੱਗੇ ਨੇ ਤੇ ਤੰਬੂ ਅੰਦਰ ਚਾਨਣੀਆਂ ਭਾਵ ਚੰਦੋਆ ਸਾਹਿਬ ਲੱਗੇ ਹੋਏ ਨੇ, ਤੇ ਉਹਨਾਂ ਨੂੰ ਫੜ ਕੇ ਸਿੰਘ ਖੜੇ ਹੋਏ ਹਨ। ਬੋਲ ਬਿਰਕ ਜਿਮ ਸੋ ਰਹਿ ਅੜੈ। ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਦਰਖਤ ਖੜਿਆ ਹੁੰਦਾ ਹੈ ਨਾ, ਤੇ ਦਰਖਤ ਖੜਦਾ ਆਪਣੇ ਮੂਲ ਦੇ ਆਸਰੇ। ਇਨ ਬਿਨ ਇਸੇ ਪ੍ਰਕਾਰ ਜਿਹੜੀ ਚਾਨਣੀ ਲੱਗੀ ਹੋਈ ਹੈ ਤੇ ਚੋਭਾਂ ਜਿਹੜੀਆਂ ਨੇ ਨਾ ਚਾਨਣੀ ਦੀਆਂ, ਉਹਦੀਆਂ ਸਿੰਘਾਂ ਨੇ ਪਕੜੀਆਂ ਹੋਈਆਂ ਨੇ ਤੇ ਦਰਖਤਾਂ ਵਾਂਗੂ ਖੜੇ ਹੋਏ ਹਨ। ਜਨਕ ਰਹਿ ਥੰਬਾ ਸੇ ਗਾੜ। ਜਿਵੇਂ ਧਰਤੀ ਵਿੱਚ ਥੰਬਲਾ ਗੱਡਿਆ ਹੋਵੇ ਤੇ ਹਿਲਦਾ ਜੁਲਦਾ ਨਹੀਂ, ਕਹਿੰਦੇ ਇਸ ਤਰ੍ਹਾਂ ਮੰਨ ਲਓ ਵੀ ਥੰਬਲੇ ਵਾਂਗੂ ਸਿੰਘ ਜਿਹੜੇ ਨੇ ਚਾਨਣੀਆਂ ਲੈ ਕੇ ਖੜੇ ਹੋਏ ਹਨ। ਵਾਲ ਧੂਪ ਮੈਂ ਜਾਹੇ ਨਾ ਛਾੜ। ਭਾਵੇਂ ਧੁੱਪ ਹੋਵੇ, ਭਾਵੇਂ ਗਰਮੀ ਹੋਵੇ, ਭਾਵੇਂ ਸਰਦੀ ਹੋਵੇ, ਔਖਾ ਭੈੜਾ ਜਿਹੋ ਜਿਹਾ ਵੀ ਸਮਾਂ ਹੋਵੇ, ਤੁਸੀਂ ਸਰਵਣ ਕੀਤਾ ਹੀ ਹੈ, ਭਾਵੇਂ ਅਨੰਦਪੁਰ ਸਾਹਿਬ, ਭਾਵੇਂ ਚਮਕੌਰ ਸਾਹਿਬ, ਭਾਵੇਂ ਮੁਕਤਸਰ, ਜਿੱਥੇ ਜਿੱਥੇ ਜੰਗ ਹੋਏ ਗੁਰੂ ਕੇ ਸਿੰਘ ਥੰਮ ਦੇ ਵਾਂਗੂ ਹਿੱਲੇ ਨਹੀਂ, ਮਹਾਰਾਜ ਦੇ ਨਾਲ ਰਹੇ ਨੇ। ਜਿਹੋ ਜਿਹਾ ਮਰਜ਼ੀ ਔਖਾ ਸਮਾਂ, ਉਸ ਔਖੇ ਸਮੇਂ ਵਿੱਚ ਸਿੰਘ ਹਰ ਵਕਤ ਤਿਆਰ ਬਰ ਤਿਆਰ ਗੁਰੂ ਸਾਹਿਬ ਦੇ ਨਾਲ ਰਹਿੰਦੇ ਹਨ। ਦੋਹਰਾ ਸੂਰਜ ਮੁਕੇ ਸਮ ਸੂਰਜੈ ਬਿਜਨ ਸੋ ਬਿਜ ਸਮਾਨ। ਮਹਾਰਾਜ ਸਤਿਗੁਰਾਂ ਦੇ ਦਲ ਦੇ ਵਿੱਚ ਸੂਰਜਮੁਖੀ ਸ਼ੋਭਦੇ ਨੇ। ਆਮ ਕਰਕੇ ਤੁਹਾਨੂੰ ਨਹੀਂ ਨਜ਼ਰ ਆਉਂਦੇ ਹੋਣੇ ਕਿਤੇ। ਜਦੋਂ ਨਿਹੰਗ ਸਿੰਘਾਂ ਦਾ ਦਲ ਪੰਥ ਚੜ੍ਹਦਾ ਹੈ ਨਾ, ਕਲਗੀਧਰ ਜੀ ਦਾ ਉਸ ਸਮੇਂ ਜਦੋਂ ਵੀ ਕਿਤੇ ਜਾਂਦੇ ਸਨ, ਇਸ ਤਰ੍ਹਾਂ ਦੀ ਸ਼ੋਭਾ ਹੁੰਦੀ ਸੀ ਜਿਵੇਂ ਨਿਹੰਗ ਸਿੰਘਾਂ ਦੀ ਸ਼ੋਭਾ ਤੁਸੀਂ ਵੇਖਦੇ ਹੋ। ਇੱਦਾਂ ਫੌਜਾਂ ਜਾਂਦੀਆਂ ਸਨ, ਘੋੜੇ 'ਤੇ ਸਵਾਰ ਹੁੰਦੇ ਸਨ, ਚੌਰ ਕਰਨ ਵਾਲੇ ਸਿੰਘ, ਮੂਹਰਲੇ ਪਾਸੇ ਸਿੰਘ, ਪਿਛਲੇ ਪਾਸੇ ਸਿੰਘ ਹੁੰਦੇ ਸਨ ਸ਼ਸਤਰਧਾਰੀ। ਕੁਝ ਪਿਆਦੇ ਹੁੰਦੇ ਸਨ, ਕੁਝ ਪਿੱਛੇ ਘੋੜਿਆਂ 'ਤੇ ਆਉਂਦੇ ਨੇ, ਕੁਝ ਨਾਲ ਨਾਲ ਪੈਦਲ ਤੁਰ ਕੇ ਜਾਂਦੇ ਨੇ। ਤੇ ਇੱਕ ਉਹਨਾਂ ਨੇ ਨਾ ਸੂਰਜਮੁਖੀ ਪਕੜਿਆ ਹੁੰਦਾ ਨੀਲੇ ਜਿਹੇ ਰੰਗ ਦਾ, ਤੁਸੀਂ ਦਰਸ਼ਨ ਕੀਤੇ ਹੀ ਹੋਣੇ ਨੇ। ਇੱਕ ਓਂਕਾਰ ਉਕਰਿਆ ਹੁੰਦਾ ਤੇ ਸ਼ਸਤਰਾਂ ਦੇ ਚਿੰਨ੍ਹ ਜਿਹੜੇ ਬਣੇ ਹੁੰਦੇ ਨੇ ਮੋਤੀਆਂ ਦੇ ਨਾਲ ਉਹਨਾਂ ਨੇ ਬਣਾਏ ਹੁੰਦੇ ਨੇ, ਉਹਨੂੰ ਕਹਿੰਦੇ ਸੂਰਜਮੁਖੀ। ਉਹ ਜਿਹੜੇ ਸੂਰਜਮੁਖੀ ਨੇ ਮਹਾਰਾਜ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਇਨ ਬਿਨ ਇਸੇ ਪ੍ਰਕਾਰ ਦਲ ਦੇ ਵਿੱਚ ਸ਼ੋਭਦੇ, ਜਿਵੇਂ ਅੱਜ ਕੱਲ੍ਹ ਨਿਹੰਗ ਸਿੰਘਾਂ ਦੇ ਦਲ ਦੇ ਵਿੱਚ ਉਹ ਸ਼ੋਭਦੇ ਹਨ। ਤੇ ਇਸ ਤਰ੍ਹਾਂ ਚਮਕਦੇ ਨੇ ਜੈਸੇ ਆਕਾਸ਼ ਵਿੱਚ ਸੂਰਜ ਚਮਕਦਾ ਹੁੰਦਾ ਹੈ, ਜੈਸੇ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਦੀ ਹੈ, ਤੇ ਇਸੇ ਤਰ੍ਹਾਂ ਸੂਰਜਮੁਖੀ ਭਾਈ ਲਿਸ਼ਕਦੇ ਹਨ। ਬਾਤਲ ਜਿਮ ਛਤਰ ਘੁਮੇ ਬੜ ਤੰਬੂ ਘਟਨ ਸਮਾਨ। ਸੋ ਇਸ ਪ੍ਰਕਾਰ ਸਤਿਗੁਰਾਂ ਦੇ ਸੀਸ ਦੇ ਉੱਪਰ ਛਤਰ ਝੂਲਾ ਹੈ।
ਕਿਸ ਤਰ੍ਹਾਂ ਝੂਲਦਾ ਹੈ, ਜਿਵੇਂ ਆਕਾਸ਼ ਦੇ ਵਿੱਚ ਬੱਦਲ ਘੁੰਮਦਾ ਹੁੰਦਾ ਹੈ ਨਾ, ਇਸ ਤਰ੍ਹਾਂ ਛਤਰ ਝੂਲਦਾ ਕਲਗੀਧਰ ਜੀ ਦੇ ਸੀਸ ਤੇ ਤੰਬੂ ਘਟਨ ਸਮਾਨ, ਜਿਹੜੇ ਤੰਬੂ ਨੇ ਇਸ ਤਰ੍ਹਾਂ ਜਾਣੋ ਜਿਵੇਂ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਂ ਚੜ੍ਹ ਕੇ ਆ ਜਾਂਦੀਆਂ ਨੇ, ਤੇ ਇਸ ਤਰ੍ਹਾਂ ਦੇ ਮਹਾਰਾਜ ਦੇ ਤੰਬੂ ਸ਼ੋਭਦੇ ਹਨ। ਇੰਦਰ ਹੈ ਜਿਮ ਗੁਰੂ ਬਹਿ, ਹੱਥ ਇੰਦਰ ਧਨ ਜੈ ਸੁਖਮਾਨ। ਇੰਦਰ ਦੇ ਵਾਂਗੂ ਮਹਾਰਾਜ ਸ਼ੋਭਦੇ ਨੇ ਦਰਬਾਰ ਵਿੱਚ। ਐਗਜ਼ਾਮਪਲ ਜਿਹੜੀ ਹੁੰਦੀ ਆ ਉਹਦਾ ਕੇਵਲ ਇੱਕ ਪੱਖ ਹੁੰਦਾ ਹੈ। ਇੰਦਰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੀ ਸਮਤਾ ਨਹੀਂ। ਲੱਖਾਂ ਇੰਦਰ ਜਿਹੜੇ ਨੇ ਉਹ ਤਾਂ ਗੁਰੂ ਸਾਹਿਬ ਦੇ ਘਰ ਦਾ ਪਾਣੀ ਭਰਦੇ ਨੇ, ਪਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦੀ ਤੇ ਵੱਡੀ ਜਿਹੜੀ ਦਰਬਾਰ ਦੀ ਸ਼ੋਭਾ ਹੈ ਨਾ, ਇੰਦਰ ਦੀ ਮੰਨੀ ਜਾਂਦੀ ਹੈ। ਤਾਂ ਭਾਈ ਸਾਹਿਬ ਜੀ ਵਾਰ-ਵਾਰ ਉਹਦੀ ਐਗਜ਼ਾਮਪਲ ਦੇ ਰਹੇ ਨੇ। ਜਿੰਨੀ ਜ਼ਿਆਦੀ ਇੰਦਰ ਦੇ ਦਰਬਾਰ ਦੀ ਸ਼ੋਭਾ ਹੈ, ਕਿਸੇ ਦੇ ਦਰਬਾਰ ਦੀ ਸ਼ੋਭਾ ਨਹੀਂ। ਤੇ ਤਾਂ ਹੀ ਪਿੱਛੇ ਕਹਿ ਆਏ ਨੇ, ਲੱਖ ਹੋਤ ਇੰਦਰਾਸਨ ਲਾਜ ਲਜੈ। ਲੱਖਾਂ ਜਿਹੜੇ ਇੰਦਰਾਂ ਦੇ ਦਰਬਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੀ ਸ਼ੋਭਾ ਵੇਖ ਕੇ ਸ਼ਰਮਿੰਦੇ ਹੋ ਜਾਂਦੇ ਨੇ। ਭਾਵ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਰਬਾਰ ਦੀ ਸ਼ੋਭਾ ਸਭ ਤੋਂ ਵੱਡੀ ਆ, ਉਹਦੇ ਸਮਤਲ ਤੁਲ ਹੋਰ ਕੋਈ ਦੂਜਾ ਹੈ ਨਹੀਂ। ਸੋ ਇਸੇ ਪ੍ਰਕਾਰ ਇੰਦਰ ਦੇ ਵਾਂਗੂ ਮਹਾਰਾਜ ਆਪਣੀ ਸਭਾ ਦੇ ਵਿੱਚ ਬਹਿੰਦੇ ਨੇ। ਜਿਵੇਂ ਇੰਦਰ ਦੇ ਹੱਥ ਦੇ ਵਿੱਚ ਧਨੁਸ਼ ਹੈ, ਕਮਾਨ ਧਾਰਨ ਕਰਕੇ ਬੈਠਾ, ਮਹਾਰਾਜ ਵੀ ਸ਼ਸਤਰ ਧਾਰਨ ਕਰਕੇ ਆਪਣੇ ਤਖਤ ਤੇ ਬੈਠੇ ਹਨ। ਚੋਰ ਮੁਟੋ ਐਸੋ ਫਿਰੈ, ਜਾਨਕ ਮੋਰ ਨਚਾਨ। ਮਹਾਰਾਜ ਦੇ ਸੀਸ ਤੇ ਚੌਰ ਸਾਹਿਬ ਝੁਲਦਾ, ਮੋਰਾਂ ਦੇ ਖੰਭ ਵਾਲਾ। ਅੱਜ ਕੱਲ੍ਹ ਤਾਂ ਦੂਜੇ ਆ ਗਏ ਨਾ ਜਿਹੜੇ ਚੌਰ ਸਾਹਿਬ ਬਣਾਏ ਜਾਂਦੇ ਨੇ। ਪਹਿਲਾਂ ਮੋਰਾਂ ਦੇ ਜਿਹੜੇ ਖੰਭ ਹੁੰਦੇ ਸਨ ਉਹਦਾ ਚੋਰ ਚਲਾਉਂਦੇ ਹੁੰਦੇ ਸਨ। ਸੋ ਇਸ ਪ੍ਰਕਾਰ ਕਹਿੰਦੇ ਹਨ ਕਿ ਮੋਰ ਦੇ ਖੰਭਾਂ ਵਾਲਾ ਚੌਰ ਦਾ ਮੁੱਠਾ ਮਹਾਰਾਜ ਦੇ ਸੀਸ ਉੱਪਰ ਝੂਲਦਾ ਹੈ। ਜਾਨਕ ਮੋਰ ਨਚਾਨ, ਇਸ ਤਰ੍ਹਾਂ ਜਾਣ ਲਓ ਵੀ ਜਿਵੇਂ ਮੋਰ ਹੀ ਨੱਚਦਾ ਹੋਵੇ। ਜੋ ਪਈ ਤਾਹਾਂ ਸ਼ਹਿਰ ਮੈਂ ਪਰ ਗਈ ਧਾਕ। ਇਸ ਪ੍ਰਕਾਰ ਉਜੈਨ ਦੇ ਵਿੱਚ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਧਾਕ ਪੈ ਗਈ ਹੈ। ਦੇਖਣ ਲੋਕ ਲੱਗ ਗਈ ਲਾਕ। ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਵੱਡੀਆਂ ਵੱਡੀਆਂ ਲਾਈਨਾਂ ਲੱਗ ਗਈਆਂ, ਲੋਕ ਦਰਸ਼ਨ ਕਰਨ ਵਾਸਤੇ ਆਏ ਹਨ। ਦਰਸ਼ਨ ਤੇ ਉਨ ਮਨ ਪਤਿਆਇਆ। ਕਲਗੀਧਰ ਜੀ ਦਾ ਦਰਸ਼ਨ ਕਰਕੇ ਉਹਨਾਂ ਦਾ ਮਨ ਪ੍ਰਸੰਨ ਹੋ ਗਿਆ ਹੈ। ਚੜਾਵੇ ਸ਼ਹਿਰ ਚੱਲ ਆਇਆ। ਚੜਾਵਾ ਲੈ ਕੇ ਸਾਰਾ ਸ਼ਹਿਰ ਹੀ ਮਹਾਰਾਜ ਕਲਗੀਧਰ ਜੀ ਦੇ ਦਰਸ਼ਨਾਂ ਲਈ ਆ ਗਿਆ ਹੈ। ਦੋਹਰਾ ਬੜੋ ਅਚੰਬਾ ਤੇ ਲਕਾ, ਅਚੰਬਤ ਭਇਓ ਸੰਸਾਰ। ਸਤਿਗੁਰਾਂ ਦੇ ਦਰਬਾਰ ਦੀ ਸ਼ੋਭਾ ਵੇਖ ਕੇ ਨਾ ਸਾਰਾ ਸੰਸਾਰ ਹੀ ਅਚੰਬਤ ਹੋ ਗਿਆ। ਲੋਕ ਹੈਰਾਨ ਹੋ ਗਏ ਇਹੋ ਜੀ ਸ਼ੋਭਾ ਵੇਖ ਕੇ। ਇਹੋ ਜੀ ਸ਼ੋਭਾ ਤਾਂ ਜਿਹੜੀ ਸੀ ਔਰੰਗਜ਼ੇਬ ਦੇ ਦਰਬਾਰ ਦੀ ਨਹੀਂ ਸੀ, ਨਾ ਕਿਸੇ ਉਮਰਾਵ ਦੀ ਸੀ, ਨਾ ਕਿਸੇ ਸਮੇਂ ਦੇ ਸੂਬੇਦਾਰ ਦੀ ਸੀ, ਨਾ ਕਿਸੇ ਨਵਾਬ ਦੀ ਸੀ। ਜਿਹੋ ਜੀ ਸ਼ੋਭਾ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਹੈ। ਆਏ ਦਰਸ਼ਨ ਸਤਿਗੁਰੂ ਛੱਡ ਛੱਡ ਦਾਦੂ ਦਵਾਰ। ਜਿਹੜੇ ਲੋਕ ਦਾਦੂ ਦੇ ਦਵਾਰ ਤੇ ਜਾ ਕੇ ਉਹਦੇ ਦਰਸ਼ਨ ਕਰਨ ਜਾਂਦੇ ਸਨ, ਉਹ ਸਾਰੇ ਛੱਡ ਕੇ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਏ। ਲੋਕ ਜਾਂਦੇ ਤਾਂ ਨਮਸਕਾਰ ਕਰਨ ਵਾਸਤੇ ਉਧਰ ਸਨ, ਤੇ ਪਰ ਸਤਿਗੁਰਾਂ ਦੀ ਸ਼ੋਭਾ ਵੇਖ ਕੇ ਕਹਿੰਦੇ ਦਾਦੂ ਦਾ ਦਵਾਰਾ ਛੱਡ ਦਿੱਤਾ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆ ਗਏ ਹਨ। ਜੋ ਪਈ ਦਾਦੂ ਦਵਾਰੇ ਖਬਰੋ ਪਈ। ਇਧਰ ਦਾਦੂ ਦੇ ਦਵਾਰੇ ਤੇ ਵੀ ਖਬਰ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਹਨ। ਨਾਨਕ ਆਇਓ ਦਸਮੋ ਜੈ। ਉਹਨਾਂ ਨੂੰ ਪਤਾ ਲੱਗ ਗਿਆ ਕਿ 10ਵੇਂ ਗੁਰੂ ਨਾਨਕ ਆਏ ਨੇ। ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਿਸ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਹਨ। ਧਾਮ ਕੁਲਾਏ। ਉਸ ਵਕਤ ਮਹੰਤ ਜੈਤ ਰਾਮ ਉੱਥੇ ਸੇਵਾ ਕਰਦੇ ਸਨ। ਜਦੋਂ ਕਲਗੀਧਰ ਜੀ ਗਏ ਉਹਨੂੰ ਪਤਾ ਲੱਗਿਆ ਤੇ ਉਹਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਮਹੰਤ ਆਇਓ ਸੰਗ ਚੇਲੇ ਲਾਏ। ਮਹੰਤ ਆਪਣੇ ਨਾਲ ਆਪਣੇ ਚੇਲਿਆਂ ਨੂੰ, ਸੇਵਕਾਂ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਏ ਹਨ। ਸਤਿਗੁਰ ਆਦਰ ਤਿਸ ਬਹੁ ਕੀਓ। ਸਤਿਗੁਰੂ ਕਲਗੀਧਰ ਜੀ ਨੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ, ਬੜਾ ਮਾਣ ਕੀਤਾ ਹੈ। ਸੰਤ ਸਾਧ ਮਰਿਆਦਾ ਕੀਓ। ਸਾਧ ਸੰਗਤ ਜਿਹੜੀ ਸੰਤਾਂ ਸਾਧਾਂ ਦੀ ਮਰਿਆਦਾ
ਮਰਿਆਦਾ ਸੀ ਉਹਨਾਂ ਨੇ ਪੂਰਨ ਕੀਤੀ। ਸੰਤ ਸਾਧ ਦੀ ਮਰਿਆਦਾ ਕੀ ਹੁੰਦੀ ਹੈ ਕਿ ਜਦੋਂ ਕੋਈ ਉਹਨਾਂ ਦੇ ਡੇਰੇ ਜਾਵੇ ਤੇ ਉਹ ਆਦਰ ਨਾਲ ਬਿਠਾਉਂਦੇ ਨੇ, ਸੇਵਾ ਕਰਦੇ ਨੇ, ਜਲ ਪਾਣੀ ਛਕਾਉਂਦੇ ਨੇ, ਮਾਣ ਸਤਿਕਾਰ ਦਿੰਦੇ ਨੇ। ਤੇ ਮਹੰਤ ਜੈਤ ਰਾਮ ਨੇ ਬੜੀ ਸੇਵਾ ਕੀਤੀ, ਮਹਾਰਾਜ ਕਲਗੀਧਰ ਜੀ ਦੀ ਸੰਤਾਂ ਸਾਧੂਆਂ ਦੀ ਮਰਿਆਦਾ ਪੂਰਨ ਕੀਤੀ ਹੈ। ਦਰਸ਼ਨ ਪਰਸਨ ਭਏ ਪ੍ਰਸੰਨ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਪਰਸ ਕਰਕੇ ਉਹ ਬੜੇ ਪ੍ਰਸੰਨ ਹੋਏ ਹਨ। ਭਇਓ ਤੂੰ ਨਾਨਕ ਗੁਰੂ ਭਇਓ ਧੰਨ। ਮਹੰਤ ਜੈਤ ਰਾਮ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਤੁਸੀਂ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਹੋ, ਸਾਨੂੰ ਤੁਹਾਡੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਨੇ। ਆਪ ਜੀ ਧੰਨ ਹੋ, ਧੰਨ ਹੋ। ਸਤਿਗੁਰ ਕਹਿਓ ਸੰਤ ਸਭ ਏਕ। ਸਤਿਗੁਰੂ ਕਹਿਣ ਲੱਗੇ, ਮਹੰਤ ਜੈਤ ਰਾਮ ਜੀ ਜਿਹੜੇ ਸੰਤ ਹੁੰਦੇ ਨੇ ਸਾਰੇ ਇੱਕ ਸਰੂਪ ਹੁੰਦੇ ਨੇ। ਨਾਂ ਵੱਖਰਾ ਹੋ ਸਕਦਾ ਹੈ, ਇਲਾਕਾ ਵੱਖਰਾ ਹੋ ਸਕਦਾ ਹੈ, ਬੰਦਗੀ ਕਰਨ ਦਾ ਤੌਰ ਤਰੀਕਾ, ਰਹੁ ਰੀਤੀ ਰਿਵਾਜ ਵੱਖਰਾ ਹੋ ਸਕਦਾ ਹੈ, ਪਰ ਸੰਤ ਸਾਰੇ ਅੰਦਰੋਂ ਇੱਕ ਹੀ ਹੁੰਦੇ ਹਨ। ਨੀਰ ਚੀਰ ਮਿਲ ਤਜੈ ਵਿਵੇਕ। ਕਹਿੰਦੇ ਜੈਸੇ ਨੀਰ ਛੀਰ, ਛੀਰ ਜਿਹੜਾ ਦੁੱਧ, ਨੀਰ ਪਾਣੀ, ਪਾਣੀ ਜਦੋਂ ਤੁਸੀਂ ਦੁੱਧ 'ਚ ਪਾ ਦਿਓ ਨਾ ਤੇ ਪਾਣੀ ਆਪਣਾ ਆਪ ਛੱਡ ਦਿੰਦਾ ਆ। ਜਦੋਂ ਦੁੱਧ ਵਿੱਚ ਪਾਣੀ ਜਾਂਦਾ ਆ ਤੇ ਪਾਣੀ ਆਪਣਾ ਰੰਗ ਛੱਡ ਕੇ ਦੁੱਧ ਵਰਗਾ ਹੋ ਜਾਂਦਾ ਆ। ਜਿਹੜਾ ਸੰਤ ਹੁੰਦਾ ਉਹ ਆਪਣਾ ਆਪ ਤਿਆਗ ਕੇ ਪ੍ਰਮਾਤਮਾ 'ਚ ਸਮਾ ਜਾਂਦਾ। ਹੁਣ ਤੁਸੀਂ ਦੁੱਧ ਦੇ ਵਿੱਚ ਤੇਲ ਪਾ ਦਿਓ, ਤੇਲ ਰਲ ਜਾਏਗਾ ਦੁੱਧ ਵਿੱਚ? ਤੇਲ ਪਾਣੀ 'ਚ ਨਹੀਂ ਰਲਦਾ, ਦੁੱਧ ਵਿੱਚ ਕਿੱਥੋਂ ਰਲ ਜਾਏਗਾ? ਜਿਹੜਾ ਸੰਤ ਸਾਧੂ ਪਰਮੇਸ਼ਰ ਦਾ ਪਿਆਰਾ ਹੈ ਉਹ ਆਪਣਾ ਆਪ ਤਿਆਗ ਕੇ ਅਹੰਗ ਭਾਵ ਛੱਡ ਕੇ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ, ਜੈਸੇ ਪਾਣੀ ਦੁੱਧ ਵਿੱਚ ਸਮਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜੈਸੇ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਪ੍ਰਭੂ ਦੇ ਪਿਆਰੇ ਪ੍ਰਭੂ ਵਿੱਚ ਜਾ ਸਮਾਉਂਦੇ ਨੇ। ਕਦੋਂ? ਜਦੋਂ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ, ਜਦੋਂ ਦੇਹ ਅਧਿਆਸ ਤਨ ਹੰਤਾ ਆਦਿਕ ਸਭ ਕੁਝ ਛੱਡ ਦਿੰਦੇ ਨੇ। ਜੈਸੇ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਪਹਿਲਾਂ ਮੈਂ ਕਰਦਾ ਸੀ, ਉਦੋਂ ਆਪਣੇ ਆਪ ਵਿੱਚ ਮੈਨੂੰ ਨਜ਼ਰ ਆਉਂਦਾ ਸੀ ਵੀ ਮੈਂ ਕੁਝ ਹਾਂ। ਜਦੋਂ ਮੈਂ ਸੀ, ਮੈਂ ਛੱਡ ਕੇ ਜਦੋਂ ਤੂੰ ਕਰਨਾ ਸ਼ੁਰੂ ਕਰ ਦਿੱਤਾ, ਮੈਂ ਰਹਿ ਨਹੀਂ ਗਈ, ਹੁਣ ਕੇਵਲ ਤੂੰ ਹੀ ਰਹਿ ਗਿਆ। ਆਪਣੇ ਅੰਦਰ ਝਾਤੀ ਮਾਰਦਾ, ਇੱਧਰ ਵੀ ਤੁਸੀਂ ਵਸਦੇ ਹੋ, ਬਾਹਰ ਵੇਖਦਾ ਬਾਹਰ ਵੀ ਤੁਸੀਂ ਵਸਦੇ ਹੋ। ਪੋਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੈਸੇ ਫੁੱਲ ਵਿੱਚ ਸੁਗੰਧੀ ਹੁੰਦੀ ਹੈ, ਜੈਸੇ ਆਪਾਂ ਸ਼ੀਸ਼ਾ ਵੇਖਦੇ ਹਾਂ, ਆਪਣਾ ਪ੍ਰਤੀਬਿੰਬ ਉਹਦੇ ਵਿੱਚ ਨਜ਼ਰ ਆਉਂਦਾ ਹੈ। ਇਨ ਬਿਨ ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੇ ਨੇ ਉਹਨਾਂ ਵਿੱਚ ਸਾਰੇ ਸਮਾਏ ਹੋਏ ਨੇ, ਤੇ ਉਹ ਪਰਮੇਸ਼ਰ ਸਾਡੇ ਹਿਰਦੇ ਵਿੱਚ ਸਮਾਇਆ। ਕਮਲ ਦਿਸ ਰਿਹਾ ਪਰ ਸੁਗੰਧੀ ਨਹੀਂ ਦਿਸ ਰਹੀ, ਸਰੀਰ ਦਿਸ ਰਿਹਾ ਪਰ ਸਰੀਰ ਵਿੱਚ ਵਸਿਆ ਹੋਇਆ ਸੁਗੰਧੀ ਦੇ ਵਾਂਗੂ ਪਰਮੇਸ਼ਰ ਨਜ਼ਰ ਤਾਂ ਨਹੀਂ ਆ ਰਿਹਾ, ਪਰ ਕਮਲ ਦੇ ਕੋਲ ਖਲੋਤਾ ਸੁਗੰਧੀ ਨੂੰ ਮਹਿਸੂਸ ਤਾਂ ਕਰ ਸਕਦਾ ਹੈ ਨਾ। ਕਮਲ ਵਿੱਚੋਂ ਸੁਗੰਧੀ ਦਿਸਦੀ ਨਹੀਂ, ਮਹਿਸੂਸ ਤਾਂ ਹੋ ਰਹੀ ਹੈ ਨਾ। ਪਰਮਾਤਮਾ ਭਾਵੇਂ ਹਿਰਦੇ ਦੇ ਘਰ ਵਿੱਚੋਂ ਦਿਸਦਾ ਨਹੀਂ, ਪਰ ਮਹਿਸੂਸ ਜ਼ਰੂਰ ਹੋ ਰਿਹਾ ਵੀ ਉਹ ਹੈ। ਕਹਿੰਦੇ ਪਰਮਾਤਮਾ ਦੀ ਯਾਤਰਾ ਇਸੇ ਗੱਲ ਤੋਂ ਹੀ ਸ਼ੁਰੂ ਹੁੰਦੀ ਹੈ। ਦੁਨੀਆ ਦੇ ਵਿੱਚ ਜਦੋਂ ਅਸੀਂ ਕੋਈ ਚੀਜ਼ ਵੇਖਦੇ ਆ ਨਾ, ਆਪਾਂ ਉਹਦੀ ਵਡਿਆਈ ਕਰਦੇ ਹਾਂ, ਉਹਦੀ ਗੱਲ ਕਰਦੇ ਹਾਂ, ਉਹਦੇ ਬਾਰੇ ਬੋਲਦੇ ਹਾਂ ਵੀ ਫਲਾਣੀ ਚੀਜ਼ ਇੱਦਾਂ ਦੀ ਹੈ। ਪਰ ਕਹਿੰਦੇ ਪਰਮਾਤਮਾ ਕਿਸੇ ਵੇਖਿਆ ਤਾਂ ਨਹੀਂ, ਪਰ ਬਿਨਾਂ ਵੇਖਿਆਂ ਪਰਮਾਤਮਾ ਦੀ ਵਡਿਆਈ ਕਰਨੀ ਪੈਂਦੀ ਹੈ। ਪਰਮਾਤਮਾ ਦੇ ਘਰ ਦਾ ਅਸੂਲ ਹੈ। ਇੱਕ ਚੀਜ਼ ਵੇਖ ਕੇ ਉਹਦੀ ਵਡਿਆਈ ਕੀਤੀ ਗਈ। ਜਿਵੇਂ ਭਾਈ ਵੀਰ ਸਿੰਘ ਜੀ ਦਾ ਜੀਵਨ ਪੜ੍ਹੋ ਨਾ, ਜਦੋਂ ਉਹਨਾਂ ਦੀਆਂ ਕਵਿਤਾਵਾਂ ਪੜ੍ਹੋ ਭਾਈ ਵੀਰ ਸਿੰਘ ਹਰਾਂ ਦੀਆਂ, ਉਹ ਕਿਤੇ ਪਾਣੀ ਦਾ ਝਰਨਾ ਵੇਖਦੇ ਨੇ ਤਾਂ ਕਵਿਤਾ ਉਚਾਰਦੇ ਨੇ, ਫੁੱਲ ਵੇਖਦੇ ਤਾਂ ਕਵਿਤਾ ਉਚਾਰਦੇ ਨੇ। ਕਵੀ ਲੋਕ ਸਮੇਂ ਦੇ ਹਾਲਾਤ ਨੂੰ ਵੇਖ ਕੇ ਨਾ ਫਿਰ ਕਵਿਤਾ ਉਹਨਾਂ ਅੰਦਰੋਂ ਪ੍ਰਗਟ ਹੁੰਦੀ, ਉਹ ਕਵਿਤਾ ਉਚਾਰ ਦਿੰਦੇ ਨੇ। ਕੁਝ ਵੇਖਿਆ ਤੇ ਬੋਲ ਦਿੱਤਾ। ਪਰ ਜਿੱਥੇ ਪਰਮਾਤਮਾ ਦੀ ਗੱਲ ਹੈ ਉੱਥੇ ਬਿਨਾਂ ਵੇਖਿਆ ਉਹਦੀ ਵਡਿਆਈ ਕਰਨੀ ਪੈਂਦੀ ਹੈ। ਪਰ ਜਦੋਂ ਕੋਈ ਵਿਸ਼ਵਾਸ ਰੱਖ ਕੇ ਵਡਿਆਈ ਕਰਦਾ ਫਿਰ ਉਹ ਹਿਰਦੇ ਦੇ ਘਰ ਵਿੱਚੋਂ ਪ੍ਰਗਟ ਹੋ ਜਾਂਦਾ ਹੈ। ਫਿਰ ਐਸਾ ਪ੍ਰਗਟ ਹੁੰਦਾ ਹੈ ਕਿ ਆਪਣੇ ਆਪ ਵਿੱਚ ਵੀ ਪਰਮੇਸ਼ਰ ਦਿਸਦਾ ਤੇ ਬਾਹਰ ਵੀ ਪਰਮੇਸ਼ਰ ਦਿਸਦਾ ਹੈ। ਬਾਹਰ ਭੀਤਰ ਏਕੋ ਜਾਨੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅੰਦਰ ਤੇ ਬਾਹਰ
ਇੱਕ ਨੂੰ ਜਾਣੋ। ਕਿਉਂ? ਜਦੋਂ ਮੈਂ ਖਤਮ ਹੀ ਹੋ ਗਈ ਵਿੱਚੋਂ, ਤੇ ਫਿਰ ਹੁਣ ਤੂੰ ਹੀ ਹੈ, ਅੰਦਰ ਵੀ ਤੂੰ ਹੈ ਤੇ ਬਾਹਰ ਵੀ ਤੂੰ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰੂ ਨਾ। ਇਸੇ ਕਰਕੇ ਸੰਤਾਂ ਨੇ ਪੁਕਾਰ ਕੇ ਕਿਹਾ ਨਾ ਵੀ ਜਰੇ ਜਰੇ ਵਿੱਚ ਰੱਬ ਵਸਦਾ ਹੈ, ਕਿਉਂਕਿ ਸੰਤ ਨੇ ਵੇਖਿਆ। ਤੇ ਮਹਾਰਾਜ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲੇ ਸੋ ਵੇਖੈ ਆਖੀ। ਸੰਤਾਂ ਦੀ ਸੱਚੀ ਸਾਖੀ ਗਵਾਹੀ ਸੁਣ। ਸਾਖੀ ਸਿੱਖਿਆ ਨੂੰ ਵੀ ਕਹਿੰਦੇ, ਗਵਾਹੀ ਨੂੰ ਵੀ ਕਹਿੰਦੇ ਨੇ। ਉਹਨਾਂ ਦੀ ਗਵਾਹੀ ਸੁਣ, ਉਹਨਾਂ ਦੀ ਸਿੱਖਿਆ ਸੁਣ। ਕੀ ਸਿੱਖਿਆ ਸੰਤਾਂ ਦੀ? ਸੰਤ ਜੋ ਬੋਲਦਾ ਹੈ ਉਹਨੇ ਪਹਿਲਾਂ ਅੱਖਾਂ ਨਾਲ ਵੇਖਿਆ ਹੁੰਦਾ ਹੈ, ਉਹ ਵੇਖ ਕੇ ਬੋਲਦਾ ਹੈ। ਗੁਰੂ ਨਾਨਕ ਸਾਹਿਬ ਨੇ ਜਿੰਨੀ ਬਾਣੀ ਉਚਾਰੀ ਹੈ, ਇਹ ਨਹੀਂ ਕਿ ਉਚਾਰੀ ਹੈ, ਉਹਨਾਂ ਜੋ ਵੇਖਿਆ ਉਹਨਾਂ ਉਚਾਰ ਦਿੱਤਾ। ਅਕਾਲ ਪੁਰਖ ਦੇ ਦਰਬਾਰ ਵਿੱਚ ਗਏ ਸੋਧਰ ਉਚਾਰ ਦਿੱਤੀ, ਜੋ ਉੱਥੇ ਵੇਖਿਆ ਉਹੀ ਉਚਾਰਿਆ। ਸੋ ਸੰਤ ਜਿਹੜਾ ਹੈ ਕਿਸੇ ਦੇਸ਼ ਦਾ, ਕਿਸੇ ਇਲਾਕੇ ਦਾ, ਕਿਸੇ ਧਰਮ ਦਾ ਹੋ ਸਕਦਾ ਹੈ, ਪਰ ਅੰਦਰੋਂ ਇੱਕ ਹੁੰਦਾ ਹੈ। ਜੇ ਸਾਈਂ ਮੀਆਂ ਮੀਰ ਜੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਲਾਹੌਰ ਜਾਂਦੇ ਨੇ, ਬੜੇ ਬਜ਼ੁਰਗ ਸਨ ਸਾਈਂ ਮੀਆਂ ਮੀਰ। ਕਿਹੋ ਜਿਹੀ ਬਜ਼ੁਰਗੀ ਸੀ ਉਹਨਾਂ ਦੀ? ਕਹਿੰਦੇ ਤੁਰ ਨਹੀਂ ਸਨ ਸਕਦੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ 6ਵੇਂ ਪਾਤਸ਼ਾਹ ਆਏ ਨੇ, ਤੇ ਸਾਈਂ ਮੀਆਂ ਮੀਰ ਉੱਠ ਕੇ ਤੁਰ ਪਏ, ਬਾਹਰ ਨਿਕਲੇ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਹੇਠਾਂ ਉਤਰਨ ਲੱਗੇ ਨਾ, ਤੇ ਸਾਈਂ ਮੀਆਂ ਮੀਰ ਕਹਿੰਦੇ ਮਹਾਰਾਜ ਵੀ ਮੇਰੀਆਂ ਤਲੀਆਂ ਤੇ ਚਰਨ ਰੱਖ ਕੇ ਹੇਠਾਂ ਉਤਰਿਓ, ਇੱਦਾਂ ਨਾ ਉਤਰਿਓ ਘੋੜੇ ਤੋਂ। ਰਕਾਬ ਫੜ ਲਈ ਉਹਨਾਂ। ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੇ ਹੱਥਾਂ ਦੇ ਉੱਤੇ ਚਰਨ ਰੱਖਿਆ ਤੇ ਹੇਠਾਂ ਉਤਰੇ। ਗੁਰੂ ਸਾਹਿਬ ਕਹਿੰਦੇ ਸਾਈਂ ਜੀ ਤੁਹਾਨੂੰ ਕੀ ਲੋੜ ਸੀ ਆਉਣ ਦੀ? ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਸੀ। ਨਹੀਂ ਮਹਾਰਾਜ, ਮੈਨੂੰ ਤਾਂ ਬੜੀ ਤਾਂਘ ਸੀ ਵੀ ਤੁਸੀਂ ਆਓਗੇ, ਮੈਂ ਤੁਹਾਡੇ ਦਰਸ਼ਨ ਕਰਾਂਗਾ। ਹੈ ਤਾਂ ਮੁਸਲਮਾਨ, ਪੀਰ ਭੀਖਣ ਸ਼ਾਹ ਘੜਾਮ ਦੇ ਰਹਿਣ ਵਾਲੇ। ਪੀਰ ਬੁੱਧੂ ਸ਼ਾਹ ਪੁੱਤਰ ਸ਼ਹੀਦ ਹੋ ਗਏ ਮੈਦਾਨੇ ਜੰਗ ਵਿੱਚ, ਜਦੋਂ ਜੰਗ ਹੋਇਆ ਭੰਗਾਣੀ ਦਾ। ਆਖਿਆ ਵੀ ਆਪਣੀ ਬੇਗਮ ਨੂੰ ਕਹਿੰਦੇ ਨੇ ਵੀ ਮੈਂ ਕਲਗੀਧਰ ਜੀ ਦੀ ਗੋਦ ਵਿੱਚ ਪੁੱਤਰ ਪਾਇਆ, ਉਹਨਾਂ ਨੂੰ ਭੇਟ ਕਰ ਆਇਆ। ਸੰਤ ਦੀ ਜਾਤ ਕੋਈ ਨਹੀਂ ਹੁੰਦੀ। ਸੰਤ ਜਿਹੜਾ ਹੁੰਦਾ ਉਹ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ ਨਹੀਂ ਹੁੰਦਾ, ਉਹ ਅੰਦਰੋਂ ਕੇਵਲ ਇੱਕ ਹੀ ਹੁੰਦਾ ਹੈ। ਜੈਸੇ ਪਾਣੀ ਦੁੱਧ ਦੇ ਵਿੱਚ ਸਮਾਉਂਦਾ, ਆਪਣਾ ਆਪ ਛੱਡ ਕੇ ਦੁੱਧ ਦਾ ਰੂਪ ਹੋ ਜਾਂਦਾ ਹੈ। ਇਨ ਬਿਨ ਇਸੇ ਪ੍ਰਕਾਰ ਸੰਤ ਆਪਣਾ ਆਪ ਤਿਆਗ ਕੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਜੈਤ ਰਾਮ ਤੋ ਨਾਮ ਮਹੰਤ, ਉਸ ਮਹੰਤ ਦਾ ਨਾਮ ਭਾਈ ਜੈਤ ਰਾਮ ਹੈ। ਭਲੋ ਪੁਰਸ਼ ਉਸ ਆਏ ਮਹੰਤ, ਬੜਾ ਉਹ ਭਲਾ ਪੁਰਸ਼, ਚੰਗਾ ਪੁਰਸ਼ ਸੀ। ਜਦੋਂ ਕਲਗੀਧਰ ਜੀ ਨੂੰ ਮਿਲਿਆ, ਬੜੇ ਪ੍ਰੇਮ ਨਾਲ ਉਹਨੇ ਸੇਵਾ ਕੀਤੀ ਹੈ। ਦੋਹਰਾ ਹਾਥ ਜੋੜ ਠਾਂਡੋ ਪਇਓ, ਤੋ ਉਨ ਕਹੀ ਅਰਦਾਸ। ਦੋਨੇ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖੜਾ ਹੋ ਗਿਆ ਤੇ ਅਰਦਾਸ ਬੇਨਤੀ ਕੀਤੀ ਹੈ। ਧਨ ਹਮਾਰੇ ਭਾਗ ਹੈ, ਤੁਮ ਆਏ ਹਮਰੇ ਪਾਸ। ਕਹਿਣ ਲੱਗਾ ਸਤਿਗੁਰੂ ਮੇਰੇ ਧਨ ਭਾਗ ਨੇ, ਤੁਸੀਂ ਮੇਰੇ ਪਾਸ ਚੱਲ ਕੇ ਆਏ ਹੋ, ਤੇ ਕਿਰਪਾ ਕਰੋ ਹੁਣ ਇੱਕ ਬੇਨਤੀ ਆ, ਆਪ ਉਹ ਬੇਨਤੀ ਪ੍ਰਵਾਨ ਕਰ ਲਓ। ਜੋ ਪਏ ਹਮ ਤੇ ਭੋਜ ਸੋ ਇੱਕ ਡੰਗ ਲੀਜੈ। ਉਹਨਾਂ ਬੇਨਤੀ ਕੀਤੀ ਸਤਿਗੁਰੂ ਜੀ ਇੱਕ ਡੰਗ ਦਾ, ਇੱਕ ਸਮੇਂ ਦਾ ਸਾਡੇ ਕੋਲੋਂ ਆਪ ਜੀ ਭੋਜਨ ਲੈ ਲਵੋ। ਸਾਧ ਸੰਗਤ ਕੋ ਧਰਮ ਲਖ ਲੀਜੈ। ਅਸੀਂ ਚਾਹੁੰਦੇ ਅਸੀਂ ਤੁਹਾਡੀ ਸੇਵਾ ਕਰੀਏ, ਤੇ ਸਾਧ ਸੰਗਤ ਦਾ ਜਿਹੜਾ ਧਰਮ ਹੈ ਨਾ ਉਹ ਰੱਖ ਲਓ। ਅਸੀਂ ਸਾਧੂ ਲੋਕਾਂ, ਸਾਡੇ ਕੋਲ ਡੇਰਾ ਹੈ, ਤੇ ਕਿਰਪਾ ਕਰੋ ਇਸ ਡੇਰੇ ਦੀ ਮਰਿਆਦਾ ਜਿਹੜਾ ਆਉਂਦਾ ਉਹਨੂੰ ਅਸੀਂ ਲੰਗਰ ਛਕਾਉਂਦੇ ਹਾਂ, ਤੇ ਆਪ ਜੀ ਕਿਰਪਾ ਕਰਕੇ ਲੰਗਰ ਕਬੂਲ ਕਰ ਲਓ। ਓ ਸਤਿਗੁਰ ਹੱਸ ਐਸ ਉਚਾਰਾ। ਮਹਾਰਾਜ ਕਲਗੀਧਰ ਜੀ ਹੱਸ ਕੇ ਕਹਿਣ ਲੱਗੇ ਹਨ, ਤੁਮ ਤੇ ਭੋਜਨ ਹਮ ਸਰੈ ਨਾ ਸਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਹੰਤ ਜੀ ਤੁਹਾਡੇ ਕੋਲੋਂ ਨਾ ਸਾਡੇ ਲਈ ਸਾਰਾ ਭੋਜਨ ਸਰਨਾ ਨਹੀਂ। ਅਸੀਂ ਕਿਹੜਾ ਇਕੱਲੇ ਹਾਂ, ਫੌਜਾਂ ਵੀ ਨਾਲ ਨੇ, ਕੱਲੀਆਂ ਫੌਜਾਂ ਨਹੀਂ, ਘੋੜੇ ਵੀ ਨਾਲ ਨੇ, ਕੁਝ ਮਾਸਾਹਾਰੀ ਜੀਵ ਵੀ ਸਾਡੇ ਨਾਲ ਨੇ। ਇਸ ਕਰਕੇ ਤੁਹਾਡਾ ਜਿਹੜਾ ਤੁਹਾਡੀ ਸੇਵਾਦਾਰ ਪ੍ਰਵਾਨ ਹੈ, ਅਸੀਂ ਪ੍ਰਵਾਨ ਕਰ ਲੈਂਦੇ ਹਾਂ, ਤੁਹਾਡੀ ਭਾਵਨਾ ਹੈ, ਪਰ ਤੁਹਾਡੇ ਕੋਲੋਂ ਲੰਗਰ ਸਰਨਾ ਨਹੀਂ ਹੈ। ਹਮ ਸੰਗ ਹੈ ਬੋ ਮਾਸ ਆਹਾਰੀ। ਸਤਿਗੁਰੂ ਕਹਿੰਦੇ ਸਾਡੇ ਨਾਲ ਕੁਝ ਮਾਸਾਹਾਰੀ ਜੀਵ ਵੀ ਨੇ, ਬਾਜ ਵੀ ਸਨ ਨਾ ਗੁਰੂ ਸਾਹਿਬ ਦੇ ਨਾਲ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੁੱਤੇ ਰੱਖ ਸ਼ਿਕਾਰ ਖਿਲਾਇਆ। ਸ਼ਿਕਾਰੀ ਕੁੱਤੇ ਵੀ ਨਾਲ ਹੁੰਦੇ ਸਨ, ਸ਼ਿਕਾਰ ਖੇਡਣ ਜਾਂਦੇ ਸਨ।
ਤੇ ਹੁਣ ਸ਼ਿਕਾਰੀ ਜਿਹੜਾ ਕੂਕਰ ਆ ਹੁਣ ਉਹ ਘਾਹ ਤਾਂ ਖਾਣ ਤੋਰਿਆ ਨਾ, ਉਹਦਾ ਭੋਜਨ ਦਾ ਕੁਝ ਹੋਰ ਹੀ ਹੈ। ਬਾਜ ਨੇ ਤਾਂ ਮਾਸ ਹੀ ਖਾਣਾ ਹੈ ਨਾ। ਬਾਜ ਕਿਹੜਾ ਉੱਥੇ ਜਾ ਕੇ ਪਨੀਰ ਦੀ ਸਬਜ਼ੀ ਖਾਏਗਾ ਜਾਂ ਪ੍ਰਸ਼ਾਦੇ ਛਕੇਗਾ। ਜੋ ਉਹਦਾ ਭੋਜਨ ਹੈ ਉਹਨੇ ਉਹੀ ਕੁਝ ਹੀ ਖਾਣਾ ਹੈ। ਇਸ ਕਰਕੇ ਜੈ ਮਹੰਤ ਜੈਤ ਰਾਮ ਜੀ ਨੂੰ ਸਤਿਗੁਰੂ ਕਹਿਣ ਲੱਗੇ ਵੀ ਸਾਡੇ ਕੋਲ ਬਹੁਤ ਸਾਰੀ ਮਾਸਾਹਾਰੀ ਜੀਵ ਵੀ ਹਨ, ਉਹ ਕੇਵਲ ਮਾਸ ਖਾਂਦੇ ਨੇ, ਤੇ ਤੁਹਾਡੀ ਜਿਹੜੀ ਮਰਿਆਦਾ ਸੰਤਾਂ ਸਾਧੂਆਂ ਵਾਲੀ ਹੈ, ਤੇ ਤੁਸੀਂ ਉਹਨਾਂ ਨੂੰ ਮਾਸ ਥੋੜ੍ਹਾ ਦੇ ਸਕਦੇ ਹੋ। ਤੁਸੀਂ ਸਾਨੂੰ ਤਾਂ ਲੰਗਰ ਛਕਾ ਦਿਓਗੇ, ਪਰ ਉਹਨਾਂ ਨੂੰ ਕੌਣ ਛਕਾਵੇਗਾ। ਸਤਿਗੁਰੂ ਕਹਿੰਦੇ ਉਹਨਾਂ ਦੀ ਜਿਹੜੀ ਭੁੱਖ ਹੈ ਉਹ ਕਿਵੇਂ ਮਿਟ ਸਕਦੀ ਹੈ। ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਉਹਨਾਂ ਆਖਿਆ ਜੀ ਦਾਦੂ ਜੀ ਜਿਹੜੇ ਸਨ ਉਹ ਸੱਚੇ ਹਨ, ਸੱਤ ਨੇ। ਦਾਦੂ ਦੀ ਸੱਤ ਸਹੁੰ ਨੂੰ ਵੀ ਕਹਿੰਦੇ ਨੇ। ਦਾਦੂ ਜੀ ਦੀ ਸਹੁੰ ਹੈ ਕਿ ਅਸੀਂ ਉਹਨਾਂ ਨੂੰ ਜ਼ਰੂਰ ਜਿਹੜੀ ਜਵਾਰ ਹੈ ਖਵਾ ਦਿਆਂਗੇ। ਜੇ ਬਾਜ ਤੁਹਾਡੇ ਨਾਲ ਨੇ ਤੇ ਜਵਾਰ ਖਾ ਕੇ ਉਹ ਗੁਜ਼ਾਰਾ ਕਰ ਲੈਣਗੇ। ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ। ਭਾਈ ਰਤਨ ਸਿੰਘ ਜੀ ਕਹਿੰਦੇ ਸਤਿਗੁਰੂ ਕਹਿੰਦੇ ਭਾਈ ਠੀਕ ਹੈ ਵੀ ਤੁਸੀਂ ਜਵਾਰ ਖਵਾ ਲਓ, ਜੇ ਦਾਦੂ ਦਾ ਨਾਂ ਲਿਆ ਉਹ ਖਾਉਂਦੇ ਨੇ ਤੇ ਤੁਸੀਂ ਖਵਾ ਲਓ। ਪਰ ਉੱਥੇ ਕੁਝ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਵੀ ਪ੍ਰਕਰਨ ਲਿਖਿਆ। ਭਾਈ ਸਾਹਿਬ ਕਹਿੰਦੇ ਨੇ ਵੀ ਸਾਧੂ ਸੰਗਤ ਦੇ ਪ੍ਰਤਾਪ ਦੇ ਨਾਲ ਜਿਹੜੇ ਬਾਜ ਸਨ ਉਹਨਾਂ ਨੇ ਬਾਜਰਾ ਖਾ ਲਿਆ। ਹੁਣ ਇਹ ਕਲਾ ਤਾਂ ਗੁਰੂ ਸਾਹਿਬ ਦੀ ਹੈ ਨਾ। ਜਿਹੜਾ ਮਾਸਾਹਾਰੀ ਆ ਮਾਸ ਖਾਂਦਾ, ਪਰ ਅਕਾਲ ਪੁਰਖ ਦਾ ਪ੍ਰਤਾਪ ਵਰਤ ਜਾਏ ਤੇ ਮਾਸਾਹਾਰੀ ਜਿਹੜਾ ਉਹ ਤੀਲੇ ਵੀ ਖਾ ਲੈਂਦਾ, ਤ੍ਰਿਣ ਖਾ ਲੈਂਦਾ, ਭਾਵ ਘਾਹ ਖਾ ਲੈਂਦਾ। ਇਤਿਹਾਸਕਾਰਾਂ ਨੇ ਇੱਦਾਂ ਲਿਖਿਆ ਵੀ ਜਦੋਂ ਦਾਦੂ ਦਾ ਨਾਂ ਲਿਆ ਤੇ ਉਹਨਾਂ ਨੇ ਨਹੀਂ ਖਾਧਾ। ਫਿਰ ਮਹਾਰਾਜ ਕਲਗੀਧਰ ਜੀ ਦਾ ਨਾਂ ਜਦੋਂ ਲਿਆ ਨਾ, ਫਿਰ ਉਹਨਾਂ ਨੇ ਜਵਾਰ ਖਾਧੀ ਬਾਜਾਂ। ਨਹੀਂ ਤਾਂ ਬਾਜ ਮਾਸ ਖਾਂਦਾ ਭੁੱਖਾ ਮਰ ਜਾਏਗਾ, ਜਵਾਰ ਕਦੇ ਨਹੀਂ ਖਾਏਗਾ। ਗੁਰੂ ਸਾਹਿਬ ਦਾ ਪ੍ਰਤਾਪ ਹੀ ਇੰਨਾ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਤਾਪ ਦੇ ਨਾਲ ਜਿਹੜੇ ਬਾਜ ਸਨ ਉਹਨਾਂ ਨੇ ਜਵਾਰ ਖਾ ਲਈ ਹੈ। ਧਾਮ ਸੋ ਦੇਖੇ ਖੁਸ਼ ਪਏ ਗੁਰ ਲੈ ਗਏ ਦਾਦੂ ਦਵਾਰ। ਮਹੰਤ ਜੈਤ ਰਾਮ ਸਤਿਗੁਰਾਂ ਨੂੰ ਦਾਦੂ ਦੇ ਦਵਾਰ ਲੈ ਗਿਆ। ਉੱਥੇ ਇੱਕ ਸਾਖੀ ਆਉਂਦੀ ਹੈ, ਜਦੋਂ ਮਹਾਰਾਜ ਜਾ ਰਹੇ ਸਨ ਨਾ ਦਾਦੂ ਦੇ ਧਾਮ, ਦਾਦੂ ਦੇ ਦਵਾਰ ਜਿੱਥੇ ਉਹਦੀ ਸਮਾਧ ਬਣੀ ਸੀ, ਤੇ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਮਹਾਰਾਜ ਨੇ। ਤੇ ਜਾਂਦਿਆਂ ਜਾਂਦਿਆਂ ਘੋੜੇ ਤੇ ਬੈਠਿਆਂ ਤੀਰ ਜਿਹੜਾ ਸੀ ਤੀਰ ਝੁਕਾ ਦਿੱਤਾ ਸਮਾਧ ਵੱਲ ਨਾ। ਜਦੋਂ ਤੀਰ ਮਹਾਰਾਜ ਨੇ ਝੁਕਾਇਆ, ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਸਾਨੂੰ ਤਾਂ ਕਹਿੰਦੇ ਹੋ ਵੀ ਸਾਡੇ ਬਿਨਾਂ ਕਿਸੇ ਨੂੰ ਨਮਸਕਾਰ ਨਹੀਂ ਕਰਨੀ, ਆਪ ਦਾਦੂ ਦੀ ਸਮਾਧ ਨੂੰ ਨਮਸਕਾਰ ਕਰੀ ਜਾਂਦੇ ਹੋ। ਫਿਰ ਇਹ ਤਾਂ ਮਰਿਆਦਾ ਨਹੀਂ ਨਾ ਪੰਥ ਦੀ। ਸਿੱਖ ਦਾ ਸੀਸ ਕੇਵਲ ਗੁਰੂ ਸਾਹਿਬ ਦੇ ਅੱਗੇ ਝੁਕ ਸਕਦਾ ਹੈ ਜਾਂ ਆਪਣੇ ਮਾਤਾ ਪਿਤਾ ਦੇ ਬਜ਼ੁਰਗਾਂ ਅੱਗੇ ਝੁਕ ਸਕਦਾ ਹੈ, ਪਰ ਕਿਸੇ ਹੋਰ ਦਰ 'ਤੇ ਨਹੀਂ ਝੁਕ ਸਕਦਾ। ਸਤਿਕਾਰ ਕਰਨਾ ਸਿੱਖ ਦਾ ਫਰਜ਼ ਹੈ, ਹਰ ਇੱਕ ਧਰਮ ਦਾ, ਮਜ਼ਹਬ ਦਾ, ਪਰ ਨਮਸਕਾਰ ਕੇਵਲ ਗੁਰੂ ਸਾਹਿਬ ਨੂੰ ਕਰਨੀ ਹੈ। ਮਹਾਰਾਜ ਬੜੇ ਖੁਸ਼ ਹੋਏ ਸਿੰਘਾਂ ਦੇ ਬਚਨ ਸੁਣ ਕੇ। ਸਿੰਘੋ ਅੱਜ ਮੈਂ ਤੁਹਾਡੇ 'ਤੇ ਬੜਾ ਪ੍ਰਸੰਨ ਹਾਂ, ਮੈਨੂੰ ਵਿਸ਼ਵਾਸ ਹੋ ਗਿਆ ਮੇਰਾ ਖਾਲਸਾ ਪੂਰਨ ਹੈ, ਤੁਹਾਡੇ 'ਚ ਕਮੀ ਕੋਈ ਨਹੀਂ। ਸਿੰਘਾਂ ਨੇ ਤਨਖਾਹ ਲਾਈ ਜੀ ਮਹਾਰਾਜ ਕਲਗੀਧਰ ਜੀ ਨੂੰ। ਤਨਖਾਹ ਦਾ ਭਾਵ ਵੀ ਜਿਹੜੀ ਗੁਰਮਰਿਆਦਾ ਨਾ ਵੀ ਕੜਾਹ ਪ੍ਰਸ਼ਾਦ ਦੀ ਦੇ ਕਰਾਉਣੀ ਜਾਂ ਬਰਤਨਾਂ ਦੀ ਲੰਗਰਾਂ ਦੇ ਵਿੱਚ ਜਾ ਕੇ ਬਰਤਨ ਮਾਂਜਣ ਦੀ ਸੇਵਾ ਕਰਨੀ, ਧਾਰਮਿਕ ਸੇਵਾ ਇਹਨੂੰ ਕਹਿੰਦੇ। ਸ਼ਾਇਦ ਇੱਕ ਦਿਨ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਸੀ, ਪਿੱਛੇ ਜ਼ਿਕਰ ਵੀ ਆਇਆ ਸੀਗਾ, ਜਿਵੇਂ ਜਦੋਂ ਕੋਈ ਗਲਤੀ ਕਰਦਾ ਅਕਾਲ ਤਖਤ ਸਾਹਿਬ 'ਤੇ ਸੱਦੇ ਨੇ ਨਾ, ਤੇ ਧਾਰਮਿਕ ਸੇਵਾ ਲਾਉਂਦੇ ਨੇ, ਤੇ ਲੋਕ ਬੜਾ ਰੌਲਾ ਪਾਉਂਦੇ ਵੀ ਕੋਈ ਸੇਵਾ ਭਾਂਡੇ ਮਾਂਜਣ ਦੀ। ਤੇ ਦਾਸ ਨੇ ਬੇਨਤੀ ਕੀਤੀ ਸੀ ਜਿਹੜੇ ਬੰਦੇ ਨੇ ਅਪਰਾਧ ਕੀਤਾ ਹੁੰਦਾ ਹੈ ਨਾ, ਗਲਤੀ ਕੀਤੀ ਹੁੰਦੀ ਹੈ, ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਭਾਂਡੇ ਮਾਂਜ ਕੇ ਤਾਂ ਉਹ ਪਾਪ ਧੋਤਾ ਜਾਂਦਾ ਹੈ, ਪਰ ਜੇ ਕਾਨੂੰਨ ਸਜ਼ਾ ਦੇਵੇ ਫਿਰ ਪਾਪ ਨਹੀਂ ਧੋਤਾ ਜਾਂਦਾ। ਕਾਨੂੰਨ ਦੇ ਹਿਸਾਬ ਦੇ ਨਾਲ ਉਹਨੇ ਪਾਪ ਕੀਤਾ, ਉਹਨੂੰ ਸਜ਼ਾ ਮਿਲ ਗਈ ਵੀ ਅੱਗੇ ਤੋਂ ਨਹੀਂ ਕਰੇਗਾ। ਸਜ਼ਾ ਤਾਂ ਦਿੱਤੀ ਵੀ ਅੱਗੇ ਤੋਂ ਨਹੀਂ ਕਰੇਗਾ, ਪਾਪ ਧੁਲਿਆ ਤਾਂ ਨਹੀਂ। ਪਰ ਜਦੋਂ ਕੋਈ ਉੱਥੇ ਜਾ ਕੇ ਬਰਤਨ ਮਾਂਜਦਾ ਨਾ, ਬਰਤਨ ਮਾਂਜਣ ਦੇ ਨਾਲ ਅੰਦਰ ਦੀ ਮੈਲ ਉਤਰ ਜਾਂਦੀ, ਪਾਪ ਧੋਤਾ ਜਾਂਦਾ ਹੈ। ਸੇਵਾ ਐਡੀ ਮਹਾਨ ਹੈ, ਤਾਂ ਧਾਰਮਿਕ ਸੇਵਾ ਲਾਈ ਜਾਂਦੀ ਮਨੁੱਖ ਨੂੰ, ਵੀ ਮਨੁੱਖ ਦੇ ਅੰਦਰ ਦੀ ਬਿਰਤੀ ਬਦਲੇ। ਸਿੰਘਾਂ ਨੇ ਮਹਾਰਾਜ ਨੂੰ ਸੇਵਾ ਲਾਈ ਤੇ 40 ਦਿਨ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ
ਮਹਾਰਾਜ ਕਲਗੀਧਰ ਜੀ ਨੇ ਖਾਲਸੇ ਪੰਥ ਨੂੰ ਦਿੱਤੀ ਹੈ। ਜੋ ਪਏ ਦਾਦੂ ਦਵਾਰ ਕੋ ਦਰਸ ਕਰਾਇਓ। ਇਸ ਤਰ੍ਹਾਂ ਜਿਹੜਾ ਦਾਦੂ ਦਾ ਦਵਾਰ ਉਹਦੇ ਦਰਸ਼ਨ ਮਹਾਰਾਜ ਨੇ ਕੀਤੇ ਹਨ। ਸਤਿਗੁਰ ਫੂਲਨ ਮੀਂਹ ਬਰਸਾਇਓ। ਇਸ ਤਰ੍ਹਾਂ ਉਹਨਾਂ ਨੇ ਸਤਿਗੁਰੂ ਜੀ ਉੱਪਰ ਫੁੱਲਾਂ ਦਾ ਮੀਂਹ ਵਰਸਾ ਦਿੱਤਾ। ਧੰਨ ਧੰਨ ਕਹਿਓ ਸੰਤਨ ਪ੍ਰਤਾਪ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਧੰਨ ਹੈ ਸੰਤ ਜਨ, ਇਹਨਾਂ ਦਾ ਇੰਨਾ ਵੱਡਾ ਪ੍ਰਤਾਪ ਹੈ ਜਿੱਥੇ ਮੇਲੇ ਲੱਗੇ ਹੋਏ ਹਨ। ਸੰਤ ਨਿੰਦਕ ਕੋ ਹੋਵੇ ਖਾਪ। ਗੁਰੂ ਸਾਹਿਬ ਕਹਿੰਦੇ ਜਿਹੜਾ ਸੰਤ ਦਾ ਨਿੰਦਕ ਹੈ ਨਾ ਉਹਦਾ ਨਾਸ਼ ਹੋ ਜਾਂਦਾ ਹੈ, ਖਾਤਮਾ ਹੋ ਜਾਂਦਾ ਹੈ। ਸੁਖਮਨੀ ਜੀ ਕੇ ਤੁਕ ਕੋ ਬਸ ਪਰੇ। ਜਿਹੜੀ 13ਵੀਂ ਅਸ਼ਟਪਦੀ ਹੈ ਨਾ ਸੁਖਮਣੀ ਸਾਹਿਬ ਦੀ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਮਹਾਰਾਜ ਨੇ ਸ੍ਰੀ ਸੁਖਮਣੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਦੀਆਂ ਤੁਕਾਂ ਪੜ੍ਹ ਕੇ ਉੱਥੇ ਸੁਣਾਈਆਂ ਹਨ। ਸੰਤ ਕੀ ਮਹਿਮਾ ਥੀ ਜੋ ਧਰੇ। ਜਿੱਥੇ ਸੰਤਾਂ ਦੀ ਨਿੰਦਿਆ ਕਰਨ ਵਾਲੇ ਦਾ ਜੋ ਹਾਲ ਹੁੰਦਾ ਹੈ ਉਹਦਾ ਬਿਆਨ ਕੀਤਾ ਗਿਆ 13ਵੀਂ ਅਸ਼ਟਪਦੀ ਅੰਦਰ, ਵੀ ਉਹਨਾਂ ਨੂੰ ਕੀ ਕੀ ਫਲ ਪ੍ਰਾਪਤ ਹੁੰਦਾ ਹੈ। ਜਿਹੜਾ ਸੰਤ ਦਾ ਨਿੰਦਕ ਹੈ, ਸੰਤ ਕਾ ਨਿੰਦਕ ਮਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਧੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ। ਸਾਰੇ ਰੋਗ ਹੀ ਚੰਬੜ ਜਾਂਦੇ ਨੇ ਉਹਨੂੰ ਜਿਹੜਾ ਸੰਤਾਂ ਸਾਧੂਆਂ ਦੀ ਮਹਾਂਪੁਰਸ਼ਾਂ ਦੀ ਨਿੰਦਿਆ ਕਰਦਾ। ਉਹ ਮਾਂ ਹਥਿਆਰਾ ਮੰਨਿਆ ਜਾਂਦਾ ਹੈ, ਉਹਨੂੰ ਸੁੱਖ ਨਹੀਂ ਕਦੇ ਪ੍ਰਾਪਤ ਹੁੰਦਾ। ਪਰ ਨਾਲ ਸੰਤਾਂ ਦੀ ਮਹਿਮਾ ਵੀ ਕੀਤੀ ਮਹਾਰਾਜ ਨੇ। ਤੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਜਿੱਥੇ ਸੰਤਾਂ ਦੀ ਮਹਿਮਾ ਦੀਆਂ ਪੰਕਤੀਆਂ ਸਾਨੂੰ ਪੜ੍ਹ ਕੇ ਸੁਣਾਈਆਂ ਹਨ। ਸੰਤ ਕੀ ਮਹਿਮਾ ਥੀ ਜੋ ਧਰੇ। ਇਸ ਤਰ੍ਹਾਂ ਸ੍ਰੀ ਸੁਖਮਣੀ ਸਾਹਿਬ ਜੀ ਦੀਆਂ ਤੁਕਾਂ ਪੜ੍ਹ ਕੇ ਸੁਣਾਈਆਂ ਜਿਨ੍ਹਾਂ ਵਿੱਚ ਸੰਤਾਂ ਦੀ ਮਹਿਮਾ ਰੱਖੀ ਹੋਈ ਹੈ। ਹੋਰ ਸੋ ਚਰਚਾ ਪਰਚਾ ਕੀਓ। ਇਸ ਤਰ੍ਹਾਂ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਵਿਚਾਰ ਵਟਾਂਦਰਾ ਕੀਤਾ ਹੈ। ਦੋ ਵਨ ਤੇ ਸੁਖ ਸੋ ਲਿਓ। ਦੋਹਾਂ ਪਾਸਿਆਂ ਤੋਂ ਸੁੱਖਾਂ ਦੀ ਪ੍ਰਾਪਤੀ ਕੀਤੀ। ਮਹਾਰਾਜ ਬੜੇ ਪ੍ਰਸੰਨ ਹੋਏ ਮਹੰਤ ਜੈਤ ਰਾਮ ਜੀ ਦੀ ਸ਼ਰਧਾ ਵੇਖ ਕੇ, ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਹੰਤ ਜੀ ਬੜੇ ਖੁਸ਼ ਹੋਏ ਹਨ। ਮਹੰਤ ਗੱਲ ਇੱਕ ਨਹੀਂ ਸੁਣਾਈ। ਮਹੰਤ ਜੈਤ ਰਾਮ ਨੇ ਇੱਕ ਨਵੀਂ ਗੱਲ ਗੁਰੂ ਸਾਹਿਬ ਨੂੰ ਸੁਣਾਈ ਹੈ। ਕਿਵੇਂ ਗਏ ਤੇ ਹਮ ਉਤ ਥਾਏ। ਉਹਨਾਂ ਬੇਨਤੀ ਕੀਤੀ ਹੈ ਮਹਾਰਾਜ ਵੀ ਇੱਕ ਸਮਾਂ ਮੈਂ ਦੱਖਣ ਦੇ ਇਲਾਕੇ ਵਿੱਚ ਗਿਆ ਸਾਂ। ਨਾਰਾਇਣ ਦਾਸ ਤੋ ਤਿਸ ਕੋ ਨਾਮ। ਉਹਦਾ ਨਾਮ ਸੀਗਾ ਨਾਰਾਇਣ ਦਾਸ। ਇਹ ਜ਼ਿਕਰ ਕੀਤਾ ਗਿਆ ਹੈ ਭਾਈ ਗੁਰਬਖਸ਼ ਸਿੰਘ, ਭਾਵ ਬਾਬਾ ਬੰਦਾ ਸਿੰਘ ਬਹਾਦਰ। ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਸੀ, ਫਿਰ ਨਾ ਇਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਪਿਆ। ਜਦੋਂ ਗੁਰੂ ਸਾਹਿਬ ਨੇ ਪੁੱਛਿਆ ਵੀ ਕੌਣ, ਕਹਿੰਦੇ ਮਹਾਰਾਜ ਮੈਂ ਤੁਹਾਡਾ ਬੰਦਾ। ਪਰ ਉਹਨਾਂ ਦੀ ਬਹਾਦਰੀ ਕਰਕੇ ਨਾਮ ਬਹਾਦਰ ਸ਼ਬਦ ਲੱਗ ਗਿਆ ਨਾਲ, ਬੰਦਾ ਸਿੰਘ ਬਹਾਦਰ। ਇਤਿਹਾਸਕਾਰਾਂ ਲਿਖਿਆ ਵੀ ਨਾਂ ਉਹਨਾਂ ਦਾ ਜਿਹੜਾ ਸੀ ਗੁਰਬਖਸ਼ ਸਿੰਘ ਸੀ, ਪਰ ਪਹਿਲਾ ਨਾਮ ਮਾਧੋ ਦਾਸ ਸੀ ਉਹਨਾਂ ਦਾ, ਮਾਧੋ ਦਾਸ ਬੈਰਾਗੀ। ਸੋ ਇਸ ਪ੍ਰਕਾਰ ਇੱਥੇ ਜਿਹੜਾ ਨਾਂ ਨਾਰਾਇਣ ਦਾਸ ਖੈਰ ਲਿਖਿਆ ਗਿਆ ਹੈ। ਉਹਨਾਂ ਬੇਨਤੀ ਕੀਤੀ ਵੀ ਮਹਾਰਾਜ ਜਿਹੜਾ ਨਾਰਾਇਣ ਦਾਸ ਇੱਧਰ ਦੱਖਣ ਦੇ ਇਲਾਕੇ ਦੇ ਵਿੱਚ ਰਹਿੰਦਾ ਹੈ। ਪੰਥ ਬੈਰਾਗਨ ਮੈਂ ਉਸ ਧਾਮ। ਬੈਰਾਗੀਆਂ ਦੇ ਪੰਥ ਦੇ ਵਿੱਚ ਇਸੇ ਪ੍ਰਕਾਰ ਉਹਦਾ ਵੱਡਾ ਘਰ ਹੈ। ਇੱਕ ਪਲੰਗ ਉਹਨ ਖੂਬ ਬਣਾਇਓ। ਉੱਥੇ ਮਹਾਰਾਜ ਉਹਨੇ ਇੱਕ ਡੇਰਾ ਬਣਾਇਆ ਹੋਇਆ ਵੱਡਾ ਸਾਰਾ, ਤੇ ਡੇਰੇ ਦੇ ਵਿੱਚ ਨਾ ਇੱਕ ਬੜਾ ਸੋਹਣਾ ਉਹਨੇ ਪਲੰਘ ਬਣਾ ਕਰਕੇ ਰੱਖਿਆ ਹੈ। ਉਸਕੇ ਉੱਪਰ ਹਮੇ ਬਹਾਇਓ। ਸੋ ਇਸ ਪ੍ਰਕਾਰ ਜਦੋਂ ਮੈਂ ਉਹਨਾਂ ਦੇ ਡੇਰੇ ਗਿਆ, ਮੈਂ ਤਾਂ ਸੋਚਿਆ ਸੀ ਵੀ ਚਲੋ ਬੈਰਾਗੀ ਨੇ, ਉਹਨਾਂ ਦਾ ਘਰ ਹੈ, ਮੇਰੀ ਸੇਵਾ ਕਰਨਗੇ। ਮੈਂ ਤਾਂ ਉਹਨਾਂ ਦੇ ਡੇਰੇ ਚਲਾ ਗਿਆ ਤੇ ਉਹਨਾਂ ਨੇ ਮੈਨੂੰ ਬੜੇ ਮਾਣ ਦੇ ਨਾਲ ਪਲੰਘ ਤੇ ਬਿਠਾਇਆ। ਉਹ ਮਹਾਰਾਜ ਸੰਤ ਜੀ ਵੀ ਕਿਰਪਾ ਕਰੋ ਜੀ, ਇਹ ਅਸਥਾਨ ਗ੍ਰਹਿਣ ਕਰੋ। ਮੈਂ ਬੜਾ ਖੁਸ਼ ਹੋਇਆ ਵੀ ਮੇਰੀ ਬੜੀ ਸੇਵਾ ਕਰ ਰਹੇ ਹਨ। ਹਮ ਜਾਣਿਓ ਇਨ ਆਦਰ ਕਰਿਓ। ਮੈਂ ਤਾਂ ਇਹ ਜਾਣਿਆ ਹੈ ਕਿ ਇਸ ਪ੍ਰਕਾਰ ਉਹਨਾਂ ਨੇ ਮੇਰਾ ਆਦਰ ਬੜਾ ਕੀਤਾ ਹੈ। ਉਹ ਤੋ ਦੁਸ਼ਟ ਵੈ ਮਸਕਰੀ ਭਰਿਓ। ਪਰ ਮਹਾਰਾਜ ਉਹ ਤਾਂ ਮਸ਼ਕਰੀ ਦੇ ਨਾਲ ਭਰਿਆ ਹੋਇਆ ਸੀ। ਮੈਨੂੰ ਕੀ ਪਤਾ ਸੀ ਵੀ ਉਹ ਤਾਂ ਮੇਰਾ ਮਜ਼ਾਕ ਉਡਾਉਂਦਾ ਪਿਆ, ਮੇਰਾ ਮਖੌਲ ਉਡਾ ਰਿਹਾ ਹੈ। ਦੋਹਰਾ ਬਿਠਾਇਓ ਉਸ ਪਲੰਗ ਪਰ ਪੁਨ ਉਨ ਦਿਓ ਉਲਟਾਏ। ਸੋਨੇ ਜਦੋਂ ਮੈਨੂੰ ਆਪਣੇ ਪਲੰਘ ਦੇ ਉੱਤੇ ਬਿਠਾਇਆ ਨਾ, ਤੇ ਆਪਣੀਆਂ ਕਰਾਮਾਤਾਂ ਦੇ ਨਾਲ ਮੇਰਾ ਪਲੰਘ ਉਲਟਾ ਦਿੱਤਾ ਉਹਨਾਂ ਨੇ। ਪਹਿਲਾਂ ਉਹਨਾਂ ਨੇ ਪਲੰਘ ਤੇ ਬਿਠਾਇਆ, ਮੈਂ ਤਾਂ ਸੋਚਿਆ ਵੀ ਆਦਰ ਮਾਣ ਕਰਦੇ ਪਏ ਨੇ,
ਪਰ ਉਹਨੇ ਮੇਰੇ ਨਾਲ ਮਸ਼ਕਰੀ ਕੀਤੀ, ਉਹਨੇ ਆਪਣੀਆਂ ਕਰਾਮਾਤਾਂ ਦੇ ਨਾਲ ਪਲੰਘ ਜਿਹੜਾ ਉਲਟਾ ਦਿੱਤਾ ਹੈ। ਕਰੇ ਮਸ਼ਕਰੇ ਹਮ ਕਨੀ ਹਸ ਹਸ ਲਿਟ ਲਿਟ ਪਾਏ। ਤੇ ਜਦੋਂ ਉਹਨਾਂ ਨੇ ਇਸ ਪ੍ਰਕਾਰ ਮੇਰੇ ਨਾਲ ਮਸ਼ਕਰੀ ਕੀਤੀ ਨਾ, ਪਲੰਘ ਉਲਟ ਗਿਆ ਤੇ ਮੈਂ ਪਲੰਘ ਤੋਂ ਹੇਠਾਂ ਡਿੱਗ ਪਿਆ ਤੇ ਲਿਟ ਲਿਟ ਕੇ ਹੱਸਣ ਲੱਗ ਗਿਆ, ਬੜਾ ਖੁਸ਼ ਹੋਇਆ। ਉਹਨੂੰ ਇਉਂ ਲੱਗਿਆ ਵੀ ਮੈਂ ਬੜਾ ਵੱਡਾ ਕੰਮ ਕਰ ਦਿੱਤਾ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਪੁੰਛਰਾਜ ਦੇ ਵਿੱਚ ਪਿੰਡ ਰਾਜੌਰੀ ਆ, ਉੱਥੋਂ ਦੇ ਰਹਿਣ ਵਾਲੇ ਸਨ। ਉਹਨਾਂ ਨੇ ਬਚਪਨ ਵਿੱਚ ਹਰਨੀ ਦਾ ਸ਼ਿਕਾਰ ਕੀਤਾ ਛੋਟੇ ਹੁੰਦਿਆਂ, ਤੇ ਉਹ ਗਰਭਵਤੀ ਸੀ, ਬੱਚੇ ਨਾਲ ਹੀ ਮਰ ਗਏ। ਉਹਨਾਂ ਤੀਰ ਤੋੜ ਕੇ ਸੁੱਟ ਦਿੱਤੇ। ਉੱਥੋਂ ਵੈਸ਼ਨਵ ਮਤ ਉਹਨਾਂ ਨੇ ਧਾਰਨ ਕਰ ਲਿਆ। ਬਚਪਨ ਦਾ ਨਾਮ ਲਛਮਣ ਦਾਸ ਸੀਗਾ। ਉਸ ਤੋਂ ਬਾਅਦ ਸਾਧ ਸੰਗਤ ਜੀ ਜਾਨਕੀ ਪ੍ਰਸਾਦ ਸਾਧੂ ਦੇ ਚੇਲੇ ਬਣੇ, ਨਾਂ ਮਾਧੋ ਦਾਸ ਰੱਖਿਆ, ਸਿੱਧ ਬਣ ਗਏ। ਹਾਲਾਂਕਿ ਅੱਗੇ ਨਾਂ ਆਉਂਦਾ ਇਹਨਾਂ ਦੇ ਗੁਰੂ ਦਾ ਅਨੂਣੀਆਂ ਸਾਧ ਵੀ ਲਿਖਿਆ ਗਿਆ। ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਇਹ ਗੋਦਾਵਰੀ ਦੇ ਕੰਢੇ ਤੇ ਆ ਕੇ ਇਹਨਾਂ ਨੇ ਡੇਰਾ ਬਣਾ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਬੜੇ ਕਰਾਮਾਤੀ ਸਨ, ਉਹਨਾਂ ਨੇ ਬੜੀ ਸਾਧਨਾ ਕੀਤੀ ਹੋਈ ਸੀ, ਪਰ ਕਈ ਵਾਰੀ ਜਿਹੜੀ ਉਹ ਸਾਧਨਾ ਹੈ ਨਾ, ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਹਿੰਦੀ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਤੁਰਦੇ ਤਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਨੇ, ਬੰਦਗੀ ਇਸੇ ਵਾਸਤੇ ਕਰਦੇ ਨੇ, ਪਰ ਉਹ ਬੰਦਗੀ ਕਰਦਿਆਂ ਕਰਦਿਆਂ ਰਿੱਧੀਆਂ ਸਿੱਧੀਆਂ ਦੇ ਮੋਹ ਵਿੱਚ ਫਸ ਜਾਂਦੇ ਨੇ, ਵਿੱਚੇ ਉਲਝ ਜਾਂਦੇ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਕੁਝ ਐਸਾ ਹੋ ਗਿਆ, ਬੰਦਗੀ ਕਰਦਿਆਂ ਕਰਦਿਆਂ ਰਿੱਧੀਆਂ ਸਿੱਧੀਆਂ ਰਾਹ ਵਿੱਚ ਡਿੱਕਾ ਬਣ ਗਈਆਂ ਤੇ ਉਹਦੇ ਵਿੱਚ ਉਲਝ ਕੇ ਰਹਿ ਗਈਆਂ। ਤੇ ਸੁਭਾਅ ਬਣ ਗਿਆ ਉਹਨਾਂ ਦਾ ਵੀ ਜਿਹੜਾ ਵੀ ਸਾਧੂ ਆਣਾ ਉਹਦੇ ਨਾਲ ਮਸ਼ਕਰੀ ਕਰਨੀ, ਪਲੰਘ ਉਲਟਾ ਦੇਣਾ ਤੇ ਵੇਖ ਕੇ ਲਿਟ ਲਿਟ ਕੇ ਹੱਸਣਾ, ਬੜਾ ਖੁਸ਼ ਹੋਵਣਾ। ਜੋ ਪਈ ਖੜ ਦਰਸ਼ਨ ਕੋ ਮਸਕਰੀ ਕਰੈ। ਕਹਿੰਦੇ ਜਿਹੜੇ 6 ਦਰਸ਼ਨ ਨੇ, ਜੋਗੀ, ਜੰਗਮ, ਜੈਨੀ, ਸੰਨਿਆਸੀ, ਬੈਰਾਗੀ ਆਦਿਕ, ਇਹਨਾਂ ਸਾਰਿਆਂ ਦੇ ਨਾਲ ਉਹ ਮਸ਼ਕਰੀ ਕਰਦਾ। ਪਹਿਲਾਂ ਡੇਰੇ ਵਿੱਚ ਬਿਠਾ ਕੇ ਮਾਣ ਦਿੰਦਾ ਹੈ, ਪਲੰਘ ਤੇ ਬਿਠਾ ਕੇ ਫਿਰ ਪਲੰਘ ਉਲਟਾ ਦਿੰਦਾ ਹੈ। ਗੁਰੂ ਪੀਰ ਤੇ ਨਾਹੀ ਸੋ ਡਰੈ। ਸਤਿਗੁਰੂ ਕਿਸੇ ਗੁਰੂ ਪੀਰ ਦੇ ਕੋਲੋਂ ਡਰਦਾ ਨਹੀਂ ਹੈ। ਆਪ ਕਹਾਵੇ ਵੋ ਗੁਰ ਪੀਰ। ਉਹ ਆਪਣੇ ਆਪ ਨੂੰ ਵੱਡਾ ਗੁਰੂ ਪੀਰ ਅਖਵਾਉਂਦਾ ਵੀ ਮੇਰੇ ਤੋਂ ਵੱਡਾ ਮਹਾਨ ਕੋਈ ਹੋਰ ਨਹੀਂ ਹੈ। ਸਤ ਨਿੰਦਕ ਵੋ ਬੇ ਗੁਰ ਪੀਰ। ਸਤਿਗੁਰ ਜੀ ਉਹ ਤਾਂ ਸੰਤਾਂ ਦਾ ਨਿੰਦਕ ਹੈ, ਗੁਰੂ ਪੀਰਾਂ ਦਾ ਵਿਰੋਧੀ ਹੈ, ਉਹ ਸਭ ਦੀ ਬੇਅਦਬੀ ਕਰਦਾ ਹੈ। ਮਹੰਤ ਕਹੇ ਉਤ ਵੱਲ ਨਾ ਜਾਇਓ। ਮਹੰਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਉਧਰ ਨਾ ਜਾਇਓ। ਕਹਿਣਾ ਤਾਂ ਉਹਨਾਂ ਨੇ ਇਹ ਸੀ ਨਾ, ਸਾਰੀ ਗੱਲ ਦੱਸ ਕੇ ਵੀ ਮੇਰੇ ਨਾਲ ਇਹ ਕੁਝ ਹੋਇਆ, ਤੁਹਾਡੇ ਨਾਲ ਨਾ ਕਿਤੇ ਹੋ ਜਾਏ, ਵੀ ਤੁਸੀਂ ਉਸ ਪਾਸੇ ਨਾ ਜਾਇਓ। ਉਸਤੇ ਟਲ ਕੇ ਦੂਰ ਸਧਾਇਓ। ਗੋਦਾਵਰੀ ਦੇ ਕੰਢੇ ਤੇ ਉਹ ਰਹਿੰਦਾ ਹੈ ਤੇ ਤੁਸੀਂ ਉਹਦੇ ਤੋਂ ਟਲ ਕੇ ਨਾ ਕਿਸੇ ਹੋਰ ਪਾਸੇ ਦੀ ਲੰਘ ਜਾਣਾ, ਕਿਸੇ ਹੋਰ ਇਲਾਕੇ ਵਿੱਚ ਚਲੇ ਜਾਣਾ। ਸਤਿਗੁਰ ਕਹੇ ਜੋ ਸਤਿਗੁਰ ਕਰੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਮਹੰਤ ਜੈਤ ਰਾਮ ਜੀ ਭਲੀ ਗੱਲ ਆਖੀ ਹੈ, ਹੋਏਗਾ ਤਾਂ ਉਹੀ ਨਾ ਜੋ ਗੁਰੂ ਨਾਨਕ ਸਾਹਿਬ ਜੀ ਕਰਨਗੇ। ਮਨੈ ਨਹੀਂ ਅਬ ਹਮ ਕੋ ਟਰੈ। ਤੇ ਫਿਰ ਹੁਣ ਇਹ ਵੀ ਗੱਲ ਨਹੀਂ ਬਣਦੀ ਵੀ ਅਸੀਂ ਉਹਦਾ ਡੇਰਾ ਛੱਡ ਕੇ ਕਿਤੇ ਹੋਰ ਚਲੇ ਜਾਈਏ, ਫਿਰ ਤਾਂ ਹੋਰ ਜ਼ਿਆਦਾ ਆਕੜ ਜਾਏਗਾ। ਜੇ ਅਸੀਂ ਉੱਥੋਂ ਅਗਾਂਹ ਨੂੰ ਲੰਘ ਗਏ ਤੇ ਉਹਨੇ ਸੋਚਣਾ ਵੀ ਸ਼ਾਇਦ ਮੇਰੇ ਤੋਂ ਡਰਦੇ ਮਾਰੇ ਕਿਸੇ ਹੋਰ ਪਾਸੇ ਚਲੇ ਗਏ, ਇਸ ਤਰ੍ਹਾਂ ਕੱਲ ਹੋਰ ਸਾਧੂ ਸੰਤ ਜਨਾਂ ਦੀ ਬੇਅਦਬੀ ਕਰੇਗਾ। ਸੋ ਹਮ ਕੋ ਰਾਹ ਬਤਾਇਓ। ਮਹੰਤ ਜੈਤ ਰਾਮ ਜੀ ਸਾਨੂੰ ਰਾਹ ਦੱਸੋ ਵੀ ਕਿਹੜੇ ਰਾਹ ਦੇ ਵਿੱਚ ਉਹਦਾ ਡੇਰਾ ਪੈਂਦਾ ਹੈ। ਨਾਮ ਤਾਮ ਉਹ ਗ੍ਰਾਮ ਸੁਨਾਇਓ। ਉਹਦਾ ਨਾਮ ਕੀ ਹੈ, ਕਿਹੜੇ ਥਾਂ ਤੇ ਰਹਿੰਦਾ ਹੈ, ਕਿਹੜੇ ਪਿੰਡ ਗ੍ਰਾਮ ਵਿੱਚ ਰਹਿੰਦਾ ਹੈ। ਜਾਂ ਦੇਖ ਕੇ ਹਮ ਉਸਕੇ ਸਿਦੇ। ਹੁਣ ਅਸੀਂ ਜਾ ਕੇ ਵੇਖਾਂਗੇ ਵੀ ਉਹਦੇ ਵਿੱਚ ਕਿੰਨੀ ਕੁ ਸਿੱਧੀ ਹੈ, ਕਿੰਨਾ ਕੁ ਉਹਦਾ ਤਪ ਤੇਜ ਹੈ। ਕੌਣ ਗੁਰੂ ਜਿਸ ਤੇ ਭਏ ਬਿਰਦੇ। ਅਸੀਂ ਵੇਖਣਾ ਚਾਹੁੰਦੇ ਹਾਂ ਵੀ ਉਹਦਾ ਗੁਰੂ ਕੌਣ ਹੈ, ਜਿਸ ਗੁਰੂ ਦੇ ਕੋਲੋਂ ਇੰਨੀਆਂ ਕਰਾਮਾਤਾਂ ਲੈ ਕੇ ਉਹ ਤਾਕਤਵਰ ਬਣ ਗਿਆ ਕਿ ਸਾਧੂਆਂ ਦੀ ਨਿੰਦਿਆ ਕਰਦਾ ਹੈ, ਮਹਾਂਪੁਰਸ਼ਾਂ ਨੂੰ ਮਾੜਾ ਕਹਿੰਦਾ ਹੈ। ਅੜੈ ਤੋ ਹਮ ਉਸ ਸਿੱਧੇ ਕਵਾਵੇਂ। ਗੁਰੂ ਸਾਹਿਬ ਜੀ ਕਹਿੰਦੇ ਜੇ ਸਾਡੇ ਸਾਹਮਣੇ ਅੜੇਗਾ ਨਾ ਤੇ ਉਹਦੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਖਤਮ ਕਰ ਦਿਆਂਗੇ। ਮਿਲੇ ਤਾਂ ਉਸਕੋ ਰਾਹ ਪਾਏ ਜਾਵੇਂ। ਤੇ ਜੇ ਨਿਮਰਤਾ ਧਾਰ ਕੇ ਸਾਨੂੰ ਮਿਲੇਗਾ ਤੇ ਉਹਨੂੰ ਸਹੀ ਰਾਹ ਪਾ ਦਿਆਂਗੇ, ਸੱਜਾ ਮਾਰਗ ਦਿਖਾ ਦਿਆਂਗੇ। ਸਤ ਨਾਨਕ ਉਸ ਕਰਹਿ ਦਾਸ। ਗੁਰੂ ਨਾਨਕ ਸਾਹਿਬ ਜੀ ਦੀ ਸਤ ਸੌਗੰਧ ਹੈ ਕਿ ਉਹਨੂੰ ਅਸੀਂ ਗੁਰੂ ਨਾਨਕ ਸਾਹਿਬ ਦਾ ਦਾਸ ਸੇਵਕ ਬਣਾ ਦਿਆਂਗੇ। ਕਰੈ ਸਿੱਖ ਉਸ ਆਪਣੋ ਖਾਸ। ਅਸੀਂ ਉਹਨੂੰ ਆਪਣਾ ਖਾਸ ਸੇਵਕ ਬਣਾਵਾਂਗੇ, ਚੇਲਾ ਬਣਾਵਾਂਗੇ, ਖਾਸ ਸੇਵਕ। ਤੇ ਮਹਾਰਾਜ ਨੇ ਬਾਬੇ ਬੰਦੇ ਸਿੰਘ ਬਹਾਦਰ ਨੂੰ ਬਣਾਇਆ ਵੀ ਖਾਸ ਸੇਵਕ। ਗੁਰੂ ਨੇ ਬੜੀ ਕਿਰਪਾ ਕੀਤੀ ਉਹਦੇ ਤੇ, ਬਖਸ਼ਿਸ਼ਾਂ ਕੀਤੀਆਂ ਤੇ
ਪੰਜਾਬ ਦੇ ਵਿੱਚ ਹਿੰਦੁਸਤਾਨ ਵਿੱਚ ਸਿੱਖ ਰਾਜ ਦਾ ਝੰਡਾ ਬੁਲੰਦ ਕਰਨ ਵਾਲਾ ਉਹ ਪਹਿਲਾ ਸਿੱਖ ਬਾਦਸ਼ਾਹ ਸੀ ਬਾਬਾ ਬੰਦਾ ਸਿੰਘ ਬਹਾਦਰ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਉਹਨਾਂ ਦਾ ਪ੍ਰਸੰਗ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਸੇਵਕ ਜਾਣ ਕੇ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰਨ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿਓ ਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।